ਹੁਣ ਡੈਸ਼ ਕੈਮ ਵੀ 2 ਤਰ੍ਹਾਂ ਦੇ ਹੁੰਦੇ ਨੇ ਜੀ। ਇੱਕ ਹੁੰਦੇ ਨੇ ਜਿਹੜੇ ਇਗਨੀਸ਼ਨ ਨਾਲ ਕਨੈਕਟ ਹੁੰਦੇ ਨੇ ਕਿ ਗੱਡੀ ਸਟਾਰਟ ਹੋ ਗਈ, ਡੈਸ਼ ਕੈਮ ਵੀ ਸਟਾਰਟ ਹੋ ਗਈ। ਇੱਕ ਹੁੰਦੇ ਨੇ ਜਿਹੜੇ USB ਨਾਲ ਆਪਾਂ ਲਾ ਲੈਂਦੇ ਹਾਂ। ਤਾਂ ਜੇ ਕਾਰ ਮੈਨੂਫੈਕਚਰਰ ਪਿੱਛੋਂ ਲਾਉਣਗੇ ਜਾਂ ਮੈਂਡੇਟਰੀ ਹੋ ਗਿਆ, ਫਿਰ ਓਬਵੀਅਸਲੀ ਉਹ ਵਾਲੇ ਡੈਸ਼ ਕੈਮਸ ਜ਼ਿਆਦਾ ਚਾਂਸਿਸ ਨੇ ਕਿ ਮੈਨੂਫੈਕਚਰਰ ਵੱਲੋਂ ਆਉਣਗੇ ਤਾਂ ਉਹ ਇਗਨੀਸ਼ਨ ਨਾਲ ਹੀ ਕਨੈਕਟਡ ਹੋਣਗੇ, ਤੁਸੀਂ ਆਪਣੀ ਮਰਜ਼ੀ ਨਾਲ ਔਨ ਆਫ ਨਹੀਂ ਕਰ ਸਕੋਗੇ। ਕਈ ਬੰਦਿਆਂ ਦੀ ਆਦਤ ਵੀ ਹੁੰਦੀ ਹੈ ਕਿ ਉਹ ਰੈਸ਼ ਗੱਡੀ ਚਲਾਉਂਦੇ ਨੇ ਜਾਂ ਤੇਜ਼ ਚਲਾਉਣ ਦੀ ਆਦਤ ਹੁੰਦੀ ਹੈ। ਇਸ ਤਰ੍ਹਾਂ ਦੇ ਬੰਦੇ ਦੀ ਇੱਕ ਇਹ ਦਿਮਾਗ ਸੋਚ ਵੀ ਆ ਸਕਦੀ ਹੈ ਕਿ ਮੈਂ ਗੱਡੀ ਦਾ ਯਾਰ ਮੈਂ ਰੈਸ਼ ਵੀ ਚਲਾਉਣਾ, ਹੋ ਸਕਦਾ ਮੇਰੀ ਗਲਤੀ ਨਾਲ ਵੀ ਐਕਸੀਡੈਂਟ ਹੋ ਸਕਦਾ, ਮੈਂ ਪਕੜਿਆ ਜਾਊਂਗਾ ਕਿ ਇਹ ਡੈਸ਼ ਕੈਮ ਆਪਾਂ ਕਿਉਂ ਲਵਾਉਣਾ, ਜੋ ਕਿ ਪ੍ਰੈਕਟੀਕਲ ਗੱਲ ਹੈ। ਫਰਾਡ ਵੀ ਬਹੁਤ ਵੱਡਾ ਇਸ਼ੂ ਹੈ ਨਾ। ਹਾਂਜੀ, ਜਿਹੜੀ ਆਟੋ ਇੰਸ਼ੋਰੈਂਸ ਦੇ ਵਿੱਚ ਬਹੁਤ ਵੱਡਾ ਪ੍ਰੋਬਲਮ ਹੈ ਫਰਾਡ। ਹਾਂਜੀ ਬਿਲਕੁਲ, ਉਹਨੂੰ ਬਚਾਉਣ 'ਚ ਹੈਲਪ ਜਿਹਨਾਂ ਨੇ ਫਰਾਡ ਕਰਨਾ ਉਹਨਾਂ ਨੇ ਤੇ ਨਹੀਂ ਲਾਉਣੇ ਫਿਰ ਆਪਣੇ ਆਪ ਕੈਮਰੇ। ਇੱਕ ਅੱਜ ਕੱਲ੍ਹ ਐਪਸ ਚੱਲਦੀਆਂ ਜਿਹੜੀ ਇੰਸ਼ੋਰੈਂਸ ਕੰਪਨੀ ਐਨਕਰੇਜ ਕਰਦੀਆਂ ਲੋਕ ਕਿ ਜਦੋਂ ਤੁਸੀਂ ਪੋਲਿਸੀ ਲੈਂਦੇ ਹੋ ਐਪ ਫੋਨ 'ਚ ਪਾ ਲਓ, ਤਾਂ ਕਿ ਜਦੋਂ ਤੁਸੀਂ ਗੱਡੀ ਚਲਾਓ ਕਹਿੰਦੇ ਨੇ ਵੀ ਐਪ ਔਨ ਕਰ ਲਓ ਜਿੰਨੀ ਦੇਰ ਤੁਹਾਡੀ ਟ੍ਰਿਪ ਚੱਲ ਰਹੀ ਹੈ। ਉਹਦੇ ਨਾਲ ਕੀ ਹੈ, ਉਹ ਐਪ ਡੇਟਾ ਕਲੈਕਟ ਕਰਦੀ ਹੈ ਕਿ ਤੁਹਾਡੀ ਐਵਰੇਜ ਸਪੀਡ ਕਿੰਨੀ ਸੀ, ਤੁਸੀਂ ਬ੍ਰੇਕ ਕਿੰਨੀ ਲਾਈ। ਉਹਦੇ ਡੇਟਾ ਦੇ ਹਿਸਾਬ ਨਾਲ ਉਹ ਤੁਹਾਨੂੰ ਫਿਰ ਨੈਕਸਟ ਈਅਰ ਡਿਸਕਾਊਂਟ ਦੇ ਸਕਦੇ ਨੇ ਜੇ ਤੁਸੀਂ ਵਧੀਆ ਗੱਡੀ ਚਲਾ ਰਹੇ ਹੋ। ਜਦੋਂ ਐਕਸੀਡੈਂਟ ਹੁੰਦਾ ਉਹਦੇ ਬਾਅਦ ਇੰਸ਼ੋਰੈਂਸ ਕੰਪਨੀ ਨੇ ਇਹ ਫੈਸਲਾ ਕਰਨਾ ਹੁੰਦਾ ਕਿ ਜਿਹੜਾ ਡਰਾਈਵਰ ਸੀਗਾ ਜਿਹੜਾ ਕਲੇਮ ਮੰਗ ਰਿਹਾ ਹੈ ਉਹ ਫਾਲਟ 'ਤੇ ਸੀਗਾ ਕਿ ਉਹਦਾ ਫਾਲਟ ਨਹੀਂ ਸੀਗਾ। ਉਹਨੂੰ ਡਿਟਰਮਿਨ ਕਰਨ 'ਚ ਵੀ ਇਹ ਚੀਜ਼ ਹੈਲਪ ਕਰੇਗੀ, ਕਿਉਂਕਿ ਹਲੇ ਤਾਂ ਉਹ ਮੂੰਹ ਜ਼ਬਾਨੀ ਸਟੇਟਮੈਂਟ 'ਤੇ ਬਿਲੀਵ ਕਰਦੇ ਜਿਹੜਾ ਬੰਦਾ ਕਹਿੰਦਾ, ਪਰ ਜਦੋਂ ਇਹ ਡੈਸ਼ ਕੈਮ ਹੋਣ ਲੱਗੇ ਤਾਂ ਉਹਦੀ ਫੁਟੇਜ ਓਬਵੀਅਸਲੀ ਸਭ ਤੋਂ ਪਹਿਲਾਂ ਮੰਗਿਆ ਕਰਨਗੇ। ਅਦਰਵਾਈਜ਼ ਲੋਕ ਇਹ ਕਹਿ ਸਕਦੇ ਨੇ ਸਾਡਾ ਤਾਂ ਜੀ ਮੈਮਰੀ ਕਾਰਡ ਨਿਕਲਿਆ ਹੋਇਆ ਸੀ, ਰਿਕਾਰਡ ਨਹੀਂ ਹੋ ਰਿਹਾ ਸੀ ਜਾਂ ਖਰਾਬ ਸੀ ਕੈਮਰਾ। ਜਿਹਨਾਂ ਨੇ ਮਿਲ ਕੇ ਕਾਰਾਂ ਚੋਰੀ ਕਰਾਉਣੀਆਂ, ਹਾਂਜੀ, ਉਹ ਤਾਂ ਪਹਿਲਾਂ ਕੈਮਰਾ ਹੀ ਬੰਦ ਕਰਨਗੇ। ਸਾਡੇ ਨਾਲ ਸਟੂਡੀਓ 'ਚ ਇਸ ਗੱਲ 'ਚ ਹੈਲਪ ਕਰਨ ਲਈ ਜਸਮਿੰਦਰ ਸਿੰਘ ਨੇ, ਲਾਇਰ ਨੇ, ਕ੍ਰਿਮੀਨਲ ਲਾਇਰ ਨੇ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ। ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰਿਆਂ ਨੂੰ ਸੱਦਾ ਦੇਵਾਂਗੇ। ਜਸਮਿੰਦਰ ਜੀ, ਜੀ ਆਇਆਂ ਨੂੰ, ਵੈਲਕਮ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸੁਨੀਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਅਤੇ ਇਹ ਆਰਗੂਮੈਂਟ, ਇਹਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ, ਉਹਨਾਂ 'ਚ ਆਪਾਂ ਬਾਅਦ 'ਚ ਜਾਂਦੇ ਹਾਂ। ਹਾਂਜੀ, ਇਹ ਜੇ ਆਰਗੂਮੈਂਟ ਕੁਛ ਲੋਕ ਵੈਸੇ ਇਹ ਦੇ ਵੀ ਰਹੇ ਨੇ ਕਿ ਜਿਹੜਾ ਡੈਸ਼ ਕੈਮ ਹੈ ਅੱਜ ਦੇ ਯੁੱਗ 'ਚ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਹੈ ਉਹਦੇ 'ਚ ਕਿਉਂ ਨਾ ਇਸ ਨੂੰ ਲਾਜ਼ਮੀ ਕਰ ਦਿੱਤਾ ਜਾਏ, ਹਰ ਕਾਰ ਦੇ 'ਚ, ਹਰ ਗੱਡੀ 'ਚ, ਹਰ ਵਹੀਕਲ 'ਚ ਇਹ ਹੋਣਾ ਜ਼ਰੂਰੀ ਹੋਵੇ। ਹਾਂਜੀ, ਇਹਦੇ ਬਾਰੇ ਆਪਾਂ ਉਲਟ ਪਾਸੇ ਸ਼ੁਰੂ ਕਰ ਦਿੰਦੇ ਹਾਂ, ਖਿਲਾਫ ਕੀ ਆਰਗੂਮੈਂਟ ਹੋ ਸਕਦੀ ਹੈ? ਬਿਲਕੁਲ ਜੀ, ਕਿਉਂਕਿ ਖਿਲਾਫ ਆਰਗੂਮੈਂਟਸ ਨਹੀਂ ਐਡੀਆਂ ਹੈਗੀਆਂ, ਪਰ ਕੁਝ ਇਸ਼ੂਜ਼ ਨੇ। ਕਿਉਂਕਿ ਕਿਸੇ ਚੀਜ਼ ਨੂੰ ਮੈਂਡੇਟੋਰੀ ਕਰਨਾ ਅਤੇ ਲਾਜ਼ਮੀ ਕਰਨ 'ਚ ਕਾਫੀ ਇਸ਼ੂਜ਼ ਆਉਂਦੇ ਨੇ। ਗਵਰਨਮੈਂਟ ਪੱਖੋਂ ਵੀ ਆ ਸਕਦੇ ਨੇ, ਲੋਕਾਂ ਪੱਖੋਂ ਵੀ ਆ ਸਕਦੇ ਨੇ। ਉਹਨਾਂ ਨੂੰ ਪਹਿਲਾਂ ਆਪਾਂ ਨੂੰ ਡਿਸਕਸ ਕਰ ਲੈਣਾ ਚਾਹੀਦਾ ਜੀ। ਮੇਨ ਇੱਕ ਜਿਹੜੀ ਚੀਜ਼ ਹੈ ਜੀ ਉਹ ਇਹ ਹੈ ਕਿ ਕੈਨੇਡਾ 'ਚ ਤਾਂ ਡੈਸ਼ ਕੈਮਸ ਲੀਗਲ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਹਾਲੇ ਵੋਲੰਟਰੀ ਹੈ, ਤੁਸੀਂ ਜਿਹਨੇ ਲਵਾਉਣਾ ਲਵਾ ਸਕਦੇ ਨੇ। ਪਰ ਜਦੋਂ ਆਪਾਂ US ਜਾਂਦੇ ਹਾਂ ਜੀ, ਬਾਰਡਰ ਕ੍ਰੋਸ ਕਰਦੇ ਹਾਂ, US ਦੀ ਇੱਕ ਜਨਰਲ ਐਡਮਿਨਿਸਟ੍ਰੇਸ਼ਨ ਦਾ ਇੱਕ ਰੂਲ ਹੈ ਕਿ ਉਹਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਬਾਰਡਰ ਕ੍ਰੋਸ ਕਰਦੇ ਹਾਂ, ਉਹ ਇੱਕ ਫੈਡਰਲ ਪ੍ਰੋਪਰਟੀ ਹੈ ਜਿਹੜੀ ਉਹਨਾਂ ਦੀ ਬਾਰਡਰ ਸਰਵਿਸਿਜ਼ ਏਜੰਸੀ ਦੀ। ਉਹਦੇ 'ਚ ਜੇ ਆਪਾਂ ਕੋਈ ਰਿਕਾਰਡਿੰਗ ਕਰਨੀ ਹੈ, ਚਾਹੇ ਕਮਰਸ਼ੀਅਲ ਪਰਪਸਿਸ ਲਈ ਹੋਵੇ, ਚਾਹੇ ਨਾਨ ਕਮਰਸ਼ੀਅਲ ਪਰਪਸਿਸ ਲਈ ਹੋਵੇ, ਉਹਦੇ ਲਈ ਉਹਨਾਂ ਦੀ ਕੰਸੈਂਟ ਲੈਣੀ ਜ਼ਰੂਰੀ ਹੈ, ਪਰਮਿਸ਼ਨ ਲੈਣੀ ਜ਼ਰੂਰੀ ਹੈ। ਤਾਂ ਅਕਸਰ ਕੀ ਹੁੰਦਾ ਜੀ ਕਿ ਜਿਹੜੇ ਤਾਂ ਕਮਰਸ਼ੀਅਲ ਵਹੀਕਲਸ ਜਿਵੇਂ ਟਰੱਕਸ ਹੋ ਗਏ, ਉਹ ਜ਼ਿਆਦਾਤਰ ਡੈਸ਼ ਕੈਮਸ ਨਹੀਂ ਲਗਾਉਂਦੇ ਕਿਉਂਕਿ ਉਹਨਾਂ ਨੇ ਅਕਸਰ ਬਾਰਡਰ ਕ੍ਰੋਸ ਕਰਨੀ ਹੁੰਦੀ ਹੈ ਅਤੇ ਉਹਨੂੰ ਪ੍ਰੋਬਲਮ ਆਉਂਦੀ ਹੈ। ਪ੍ਰਾਈਵੇਟ ਵਹੀਕਲ 'ਚ ਜਿਵੇਂ ਡੈਸ਼ ਕੈਮਸ ਹੁੰਦੇ ਨੇ, ਤਾਂ ਜਿਹੜੇ ਬਾਰਡਰ ਸਰਵਿਸਿਜ਼ ਏਜੰਟਸ ਹੁੰਦੇ ਨੇ ਉਹ ਅਕਸਰ ਕਹਿ ਦਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਬੰਦ ਕਰੋ, ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਨਹੀਂ ਲਾ ਸਕਦੇ। ਹੁਣ ਡੈਸ਼ ਕੈਮ ਵੀ 2 ਤਰ੍ਹਾਂ ਦੇ ਹੁੰਦੇ ਨੇ ਜੀ। ਇੱਕ ਹੁੰਦੇ ਨੇ ਜਿਹੜੇ ਇਗਨੀਸ਼ਨ ਨਾਲ ਕਨੈਕਟ ਹੁੰਦੇ ਨੇ ਕਿ ਗੱਡੀ ਸਟਾਰਟ ਹੋ ਗਈ, ਡੈਸ਼ ਕੈਮ ਵੀ ਸਟਾਰਟ ਹੋ ਗਿਆ। ਇੱਕ ਹੁੰਦੇ ਨੇ ਜਿਹੜੇ USB ਨਾਲ ਆਪਾਂ ਲਾ ਲੈਂਦੇ ਹਾਂ। ਤਾਂ ਜੇ ਕਾਰ ਮੈਨੂਫੈਕਚਰਰ ਪਿੱਛੋਂ ਲਾਉਣਗੇ ਜਾਂ ਮੈਂਡੇਟਰੀ ਹੋ ਗਿਆ, ਫਿਰ ਓਬਵੀਅਸਲੀ ਉਹ ਵਾਲੇ ਡੈਸ਼ ਕੈਮਸ ਜ਼ਿਆਦਾ ਚਾਂਸਿਸ ਨੇ ਕਿ ਮੈਨੂਫੈਕਚਰਰ ਵੱਲੋਂ ਆਉਣਗੇ ਤਾਂ ਉਹ ਇਗਨੀਸ਼ਨ ਨਾਲ ਹੀ ਕਨੈਕਟਡ ਹੋਣਗੇ, ਤੁਸੀਂ ਆਪਣੀ ਮਰਜ਼ੀ ਨਾਲ ਔਨ ਆਫ ਨਹੀਂ ਕਰ ਸਕੋਗੇ। ਤਾਂ ਉਹਦੇ ਵਿੱਚ ਜੇ ਤੁਸੀਂ ਨਾ ਕਰ ਸਕੋ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਬਾਰਡਰ ਕ੍ਰੋਸਿੰਗ ਦੇ ਵਿੱਚ, ਕਿਉਂਕਿ ਜੇ ਉਹਨੂੰ ਤੁਹਾਨੂੰ ਕਹਿਣ ਕਿ ਇਹਨੂੰ ਬੰਦ ਕਰੋ ਤਾਂ ਤੁਸੀਂ ਨਾ ਕਰ ਸਕੋ, ਤਾਂ ਉਹਦੇ ਨਾਲ ਵੀ ਇੱਕ US ਗਵਰਨਮੈਂਟ ਨਾਲ ਵੀ ਇੱਕ ਰਾਬਤਾ ਚਾਹੀਦਾ। ਉਹ ਸਰਕਾਰ ਨੂੰ ਕੋਈ ਗੱਲ ਕਰਨੀ ਪਏਗੀ, ਕੋਈ ਅਗਰੀਮੈਂਟ ਕਰਨਾ ਪਏਗਾ ਤਾਂ ਕਿ ਟਰੈਵਲਰਸ ਨੂੰ ਪ੍ਰੋਬਲਮ ਨਾ ਆ ਸਕੇ। ਸਿਰਫ ਜਿਹੜੀਆਂ ਬਾਹਰੋਂ ਕਾਰਾਂ ਕੈਨੇਡਾ 'ਚ ਜਾਂਦੀਆਂ ਨੇ ਗੱਡੀਆਂ, ਉਹਨਾਂ ਵਾਸਤੇ ਪ੍ਰੋਬਲਮ ਹੈ, ਕਿਉਂਕਿ US ਦੇ ਵਿੱਚ ਵੀ ਤਾਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਜਿਨ੍ਹਾਂ 'ਚ ਡੈਸ਼ ਕੈਮ ਨੇ, ਜਿਵੇਂ ਹੁਣ ਟੈਸਲਾ ਵਰਗੀਆਂ ਗੱਡੀਆਂ ਨੇ। ਹਾਂਜੀ, ਨਹੀਂ ਉਹ ਬੰਦ ਕਰਨ ਨੂੰ ਕਹਿ ਦਿੰਦੇ ਨੇ ਕਈ ਵਾਰੀ। ਹਰੇਕ ਬਾਰਡਰ ਉਹਨਾਂ ਦਾ ਰੂਲ ਹੈ, ਉਹ ਇੰਨਾ ਸਟ੍ਰਿਕਟਲੀ ਵੀ ਨਹੀਂ ਇਨਫੋਰਸ ਕਰਦੇ ਹੈਗੇ, ਪਰ ਕਈ ਏਜੰਟਸ ਇਨਫੋਰਸ ਵੀ ਕਰਦੇ ਨੇ, ਤੁਹਾਨੂੰ ਬੰਦ ਕਰਨ ਨੂੰ ਕਹਿ ਵੀ ਸਕਦੇ ਨੇ ਅਤੇ ਕਹਿੰਦੇ ਵੀ ਨੇ। ਇਹ ਚਲੋ ਇੱਕ ਇਹ ਇਸ਼ੂ ਹੋ ਗਿਆ। ਪਰ ਆਪਣੇ ਅੰਦਰ, ਮੁਲਕ ਦੇ ਅੰਦਰ ਕੋਈ ਪ੍ਰਾਈਵੇਸੀ ਦੇ ਪੱਖ ਤੋਂ ਜਾਂ ਜਿਹੜੇ ਚਾਰਟਰ ਰਾਈਟਸ ਨੇ ਉਹਨਾਂ ਦੇ ਪੱਖ ਤੋਂ ਕੋਈ ਇਹਦੇ 'ਚ ਇਸ਼ੂ ਹੋ ਸਕਦਾ?
ਜ਼ਿਆਦਾ ਨਹੀਂ ਜੀ, ਕਈ ਡੈਸ਼ ਕੈਮਸ ਬਸ ਇਹ ਹੁੰਦੇ ਨੇ ਕਿ ਉਹ ਆਡੀਓ ਵੀ ਰਿਕਾਰਡ ਕਰਦੇ ਨੇ ਅੰਦਰਲੀ ਕਾਰ ਦੀ, ਬਾਹਰਲੀ ਵੀ ਅੰਦਰਲੀ ਵੀ ਹੋ ਜਾਂਦੀ ਹੈ। ਉਹਦੇ ਰਿਗਾਰਡਿੰਗ ਪ੍ਰਾਈਵੇਸੀ ਇਸ਼ੂਜ਼ ਖੜੇ ਹੁੰਦੇ ਨੇ ਕਈ ਵਾਰ ਕਿ ਜੇ ਆਡੀਓ ਵੀ ਰਿਕਾਰਡ ਹੋ ਰਹੀ, ਕਿਉਂਕਿ ਅਦਰਵਾਈਜ਼ ਕੀ ਹੁੰਦਾ ਕਿ ਆਪਾਂ ਜਿਹੜੀ ਵੀ ਪਬਲਿਕ ਪਲੇਸ ਹੈ ਉਹਦੀ ਆਪਾਂ ਫੋਟੋਗ੍ਰਾਫੀ ਕਰ ਸਕਦੇ ਹਾਂ ਅਤੇ ਵੀਡੀਓ ਵੀ ਰਿਕਾਰਡ ਕਰ ਸਕਦੇ ਹਾਂ। ਸੋ ਡੈਸ਼ ਕੈਮ ਜਨਰਲੀ ਰੋਡ ਦੀ ਹੀ ਵੀਡੀਓ ਬਣਾਉਂਦੇ ਨੇ ਤਾਂ ਉਹਦੇ 'ਚ ਕੋਈ ਇਸ਼ੂ ਨਹੀਂ ਆਉਂਦਾ, ਕਿਉਂਕਿ ਰੋਡ ਇੱਕ ਪਬਲਿਕ ਪਲੇਸ ਹੈ, ਜਿੱਥੇ ਵੀ ਕਾਰ ਨੇ ਚੱਲਣਾ ਪਬਲਿਕ ਪਲੇਸ ਹੈ, ਪਬਲਿਕ ਪਾਰਕਿੰਗ ਲੋਟਸ ਨੇ। ਪਰ ਜਦੋਂ ਇੱਕ ਆਡੀਓ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਵਿੱਚ ਤੁਹਾਨੂੰ ਆਕਿਊਪੈਂਟਸ ਨੂੰ, ਭਾਵੇਂ ਪ੍ਰਾਈਵੇਟ ਤੁਹਾਡੀ ਗੱਡੀ ਹੈ ਜਾਂ ਤੁਸੀਂ ਕਮਰਸ਼ੀਅਲ ਪਰਪਸਿਸ ਲਈ ਊਬਰ ਚਲਾ ਰਹੇ ਹੋ, ਚਾਹੇ ਤੁਹਾਨੂੰ ਦੱਸਣਾ ਪੈਂਦਾ ਵੀ ਇਸ ਗੱਡੀ 'ਚ ਆਡੀਓ ਵੀ ਰਿਕਾਰਡ ਹੋ ਰਹੀ ਹੈ, ਕੋਈ ਸਟਿੱਕਰ ਲਾਉਣਾ ਪੈਂਦਾ ਹੈ, ਹਰ ਵਾਰ ਦੱਸਣਾ ਪੈਂਦਾ। ਇੱਕ ਉਹ ਇਸ਼ੂ ਆ ਸਕਦਾ। ਤਾਂ ਜੇ ਮੈਂਡੇਟੋਰੀ ਹੋਣ ਤਾਂ ਮੋਸਟ ਪ੍ਰੋਬਬਲੀ ਸਰਕਾਰ ਇਹ ਨਹੀਂ ਕਰੇਗੀ ਕਿ ਆਡੀਓ ਰਿਕਾਰਡਿੰਗ ਵੀ ਮੈਂਡੇਟੋਰੀ ਨਹੀਂ ਕਰੇਗੀ, ਕਿਉਂਕਿ ਉਹਦੇ ਵਿੱਚ ਪ੍ਰਾਈਵੇਸੀ ਦਾ ਇਸ਼ੂ ਆ ਸਕਦਾ ਅਤੇ ਉਹਦੇ ਖਿਲਾਫ ਲੋਕ ਵੀ ਆਵਾਜ਼ ਉਠਾ ਸਕਦੇ ਨੇ ਅਤੇ ਉਹ ਚੀਜ਼ ਲੀਗਲੀ ਵੀ ਗਲਤ ਹੈ। ਅਤੇ ਕੋਈ ਇਹੋ ਜਿਹਾ ਇਸ਼ੂ ਤਾਂ ਨਹੀਂ ਹੈ ਕਿ ਕੋਈ ਕਹੇ ਕਿ ਵੀ ਸਾਡੀ ਮਰਜ਼ੀ ਦੇ ਖਿਲਾਫ ਹੈ, ਸਾਡੀ ਗੱਡੀ ਹੈ, ਅਸੀਂ ਇਹਦੇ 'ਚ ਜਿਹੜੇ ਸਾਡੇ ਰਾਈਟਸ ਨੇ ਉਹਨਾਂ ਦੀ ਵਾਇਲੇਸ਼ਨ ਹੈ? ਦੇਖੋ ਜੀ, ਐਵੇਂ ਹੈ ਕਿ ਰਾਈਟਸ ਦੀ ਵਾਇਲੇਸ਼ਨ ਨਹੀਂ ਹੈ, ਪਰ ਇਹ ਆਰਗੂਮੈਂਟ ਉੱਠ ਸਕਦਾ ਹੈ ਜਦੋਂ ਇਹਦੇ ਬਾਰੇ ਆਪਾਂ ਸੋਚੀਏ। ਤਾਂ ਜਦੋਂ ਵੀ ਕੋਈ ਚੀਜ਼ ਆਪਾਂ ਇੱਕ ਜਨਰਲ ਪਰਸੈਪਸ਼ਨ ਆਪਾਂ ਲੋਕਾਂ 'ਤੇ ਕੋਈ ਚੀਜ਼ ਮੈਂਡੇਟੋਰੀ ਕਰਦੇ ਹਾਂ, ਥੋਪ ਦਿੰਦੇ ਹਾਂ, ਤਾਂ ਉਹਦੇ 'ਚ ਕੁਛ ਸੈਕਸ਼ਨ ਨੂੰ ਪ੍ਰੋਬਲਮ ਵੀ ਹੁੰਦੀ ਹੈ ਵੀ ਸਾਡੇ 'ਤੇ ਜ਼ਿਆਦਾ ਇਹ ਨਿਗਾਹ ਰੱਖੀ ਜਾ ਰਹੀ ਹੈ, ਡੇਟਾ ਕਲੈਕਟ ਹੋ ਰਿਹਾ ਹੈ, ਜਾਂ ਸਾਨੂੰ ਇਹ ਚੀਜ਼ ਨਹੀਂ ਮਨਜ਼ੂਰ ਹੈਗੀ। ਕਿਉਂਕਿ ਇੱਕ ਪ੍ਰੈਕਟੀਕਲ ਗੱਲ ਹੈ, ਕਈ ਬੰਦੇ, ਮੰਨ ਲਓ ਤੁਸੀਂ ਗੱਡੀ ਚਲਾਉਂਦੇ ਹੋ, ਤੁਸੀਂ ਬੜੇ ਧਿਆਨ ਨਾਲ ਗੱਡੀ ਚਲਾਉਂਦੇ ਹੋ, ਵਧੀਆ ਚਲਾਉਂਦੇ ਹੋ, ਤੁਹਾਨੂੰ ਲੱਗਦਾ ਹੋਵੇ ਜੇ ਮੇਰਾ ਕਦੇ ਐਕਸੀਡੈਂਟ ਹੋਵੇ ਤਾਂ ਮੇਰੀ ਗਲਤੀ ਸ਼ਾਇਦ ਘੱਟ ਹੋਏਗੀ, ਦੂਸਰੇ ਦੀ ਵੱਧ ਹੋ ਸਕਦੀ, ਕਿਉਂਕਿ ਮੈਂ ਬਹੁਤ ਧਿਆਨ ਨਾਲ ਚਲਾਉਣਾ। ਕਈ ਬੰਦਿਆਂ ਦੀ ਆਦਤ ਵੀ ਹੁੰਦੀ ਹੈ ਕਿ ਉਹ ਰੈਸ਼ ਗੱਡੀ ਚਲਾਉਂਦੇ ਨੇ ਜਾਂ ਤੇਜ਼ ਚਲਾਉਣ ਦੀ ਆਦਤ ਹੁੰਦੀ ਹੈ। ਇਸ ਤਰ੍ਹਾਂ ਦੇ ਬੰਦੇ ਦੀ ਇੱਕ ਇਹ ਦਿਮਾਗ ਸੋਚ ਵੀ ਆ ਸਕਦੀ ਹੈ ਕਿ ਮੈਂ ਗੱਡੀ ਦਾ ਮੈਂ ਰੈਸ਼ ਵੀ ਚਲਾਉਣਾ, ਹੋ ਸਕਦਾ ਮੇਰੀ ਗਲਤੀ ਨਾਲ ਵੀ ਐਕਸੀਡੈਂਟ ਹੋ ਸਕਦਾ, ਮੈਂ ਪਕੜਿਆ ਜਾਊਂਗਾ ਕਿ ਇਹ ਡੈਸ਼ ਕੈਮ ਆਪਾਂ ਕਿਉਂ ਲਵਾਉਣਾ, ਜੋ ਕਿ ਪ੍ਰੈਕਟੀਕਲ ਗੱਲ ਹੈ, ਜੋ ਕਿ ਹੁੰਦਾ ਐਵੇਂ ਆਪਣੇ ਦਿਮਾਗ 'ਚ ਸੋਚ ਆ ਸਕਦੀ ਹੈ। ਇਹਦੇ ਜਿਹੜੇ ਫਾਇਦੇ ਨੇ ਇਹਨਾਂ ਦੀ ਤਾਂ ਗੱਲ ਆਪਾਂ ਕੀਤੀ ਹੈ। ਇੱਕ ਥੋੜ੍ਹਾ ਜਿਹਾ ਜਿਵੇਂ ਇੱਕ ਕੁਐਸਚਨ ਕਹਿ ਲਓ ਜਾਂ ਕੌਮੈਂਟ ਕਹਿ ਲਓ ਕਿ ਦੀਪ ਗਿੱਲ ਹੋਰਾਂ ਦਾ ਕਹਿੰਦਾ ਕਿ ਵੀ ਜਦ 50% ਕਹਿੰਦੇ ਟਰੱਕਸ ਨੇ ਡੈਸ਼ ਕੈਮ ਲਾਏ ਹੋਏ ਨੇ, ਅਤੇ US ਦਾ ਵੈਸੇ ਕੀ ਰੂਲ ਕੀ ਹੈਗਾ ਇਹ ਜਿਹੜਾ ਤੁਸੀਂ ਦੱਸ ਰਹੇ ਸੀ? ਇਹ ਰੂਲ ਹੈਗਾ ਜੀ US ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਦਾ ਰੂਲ ਹੈ। ਰੂਲ ਦਾ ਨੰਬਰ ਆ 41 CFR 102-74-420, ਜਿਹੜਾ ਕਿ ਰੂਲ ਇਹ ਕਹਿੰਦਾ ਵੀ ਤੁਸੀਂ ਕੋਈ ਵੀ ਫੈਡਰਲ ਪ੍ਰੋਪਰਟੀ 'ਤੇ ਜਦੋਂ ਤੁਸੀਂ ਆਉਂਦੇ ਹੋ ਤਾਂ ਉਸ ਜਗ੍ਹਾ ਦੇ ਜਿਹਦਾ ਪੋਜੈਸ਼ਨ ਹੁੰਦਾ, ਕੋਈ ਟੈਨੈਂਟ ਹੁੰਦਾ, ਜੇ ਮੰਨ ਲਓ ਫੈਡਰਲ ਪ੍ਰੋਪਰਟੀ ਹੈ, ਬਾਰਡਰ ਕ੍ਰੋਸਿੰਗ, ਉਹਦਾ ਟੈਨੈਂਟ ਮੰਨ ਲਓ CBSA ਹੈ, ਬਾਰਡਰ ਸਰਵਿਸ ਏਜੰਸੀ ਹੈ, ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਤੁਸੀਂ ਕਮਰਸ਼ੀਅਲ ਚਾਹੇ ਨਾਨ ਕਮਰਸ਼ੀਅਲ ਪਰਪਸਿਸ ਲਈ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਨਹੀਂ ਕਰ ਸਕਦੇ। ਇਹ ਰੂਲ ਹੈ। ਪਰ ਜਿਹੜਾ ਇੱਕ ਮੌਕੇ 'ਤੇ ਖੜਾ ਅਫਸਰ ਹੈ, ਇਹ ਉਹਦੀ ਡਿਸਕ੍ਰਿਸ਼ਨ ਹੁੰਦੀ ਹੈ, ਉਹ ਕਿੰਨਾ ਕੁ ਉਹਨੂੰ ਐਨਫੋਰਸ ਕਰਦਾ, ਕਿਉਂਕਿ ਇੱਥੇ ਬਾਰਡਰ 'ਤੇ ਵੇਟ ਟਾਈਮਸ ਵੀ ਬਹੁਤ ਹੁੰਦਾ, ਰਸ਼ ਵੀ ਬਹੁਤ ਹੁੰਦਾ। ਜੋ ਇਕੱਲੇ ਬੰਦੇ ਦਾ ਡੈਸ਼ ਕੈਮ ਆਫ ਕਰਾਉਣ ਲੱਗੇ ਤਾਂ ਉਹ ਵੀ ਇੱਕ ਇਨਕਨਵੀਨੀਅੰਸ ਹੈ। ਸੋ ਯੈਸ, ਇਹ ਰੂਲ ਹੈਗਾ, ਪਰ ਇਹਨੂੰ ਐਨਫੋਰਸ ਉਹਨਾਂ ਨਹੀਂ ਕੀਤਾ ਜਾਂਦਾ। ਤਾਂ ਕਰਕੇ ਹੁਣ ਜਿਵੇਂ ਕਮਰਸ਼ੀਅਲ ਆਈ ਵਾਸ ਟੋਲਡ ਕਿ ਕਮਰਸ਼ੀਅਲ ਜਿਹੜੀ ਇੰਸ਼ੋਰੈਂਸ ਕੰਪਨੀਜ਼ ਨੇ, ਫਲੀਟ ਇੰਸ਼ੋਰੈਂਸ ਕਰਦੇ ਨੇ, ਉਹ ਟਰੱਕਸ ਵਾਲੇ ਨੂੰ ਇਨਸੈਂਟਿਵ ਵੀ ਦੇਣਾ ਸ਼ੁਰੂ ਕਰਤਾ ਡੈਸ਼ ਕੈਮਸ, ਤਾਂ ਟਰੱਕਸ ਵਾਲੇ ਲਵਾਉਣਾ ਸ਼ੁਰੂ ਕਰਤੀਆਂ ਅਤੇ ਬਾਰਡਰ ਕ੍ਰੋਸ ਕਰਦੇ ਨੇ, ਬਿਲਕੁਲ ਕਰਦੇ ਨੇ। ਪਰ ਹਾਲੇ ਤੱਕ ਪਰਸਨਲ ਇੰਸ਼ੋਰੈਂਸ ਦੇ ਵਿੱਚ ਹਾਲੇ ਤੱਕ ਕੋਈ ਵੀ ਇਨਸੈਂਟਿਵ ਨਹੀਂ ਹੈਗਾ। ਸੋ ਹੁਣ ਗੱਲ ਹੈਗੀ ਹੈ ਜਿਹੜੀ ਕਿ ਇਹ ਕਿਵੇਂ ਹੋ ਸਕਦਾ। ਇਹਦੇ 'ਚ ਹੁਣ ਕਈ ਆਪਸ਼ਨਸ ਨੇ। ਪਹਿਲੀ ਆਪਸ਼ਨ ਤਾਂ ਇਹ ਹੈਗੀ ਹੈ ਕਿ ਗਵਰਨਮੈਂਟ ਇਹਨੂੰ ਜਿਹੜਾ ਹੈ ਕਾਨੂੰਨੀ ਤੌਰ ਦੇ ਉੱਤੇ ਲਾਜ਼ਮੀ ਕਰ ਦੇਵੇ। ਹਾਂਜੀ। ਦੂਜੀ ਆਪਸ਼ਨ ਇਹ ਦਿੱਤੀ ਜਾਂਦੀ ਹੈ ਕਿ ਲੋਕਾਂ ਨੂੰ ਕਹਿਣ ਦੀ ਬਜਾਏ ਮੈਨੂਫੈਕਚਰਰਸ ਨੂੰ ਕਿਹਾ ਜਾਏ ਕਿ ਹਰ ਕਾਰ ਦੇ ਵਿੱਚ ਇਨਬਿਲਟ ਹੋਣ ਡੈਸ਼ ਕੈਮ। ਅਤੇ ਇੱਕ ਆਪਸ਼ਨ ਇਹ ਦਿੱਤੀ ਜਾ ਰਹੀ ਹੈ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨੇ ਉਹ ਵੀ ਇਨਸੈਂਟਿਵ ਦੇਣ ਇਹਦਾ, ਜਿਵੇਂ ਕਿ ਉਹ ਵਿੰਟਰ ਟਾਇਰ, ਕਿਉਂਕਿ ਉਹਨਾਂ ਨੂੰ ਇਸ ਨਾਲ ਵੀ ਫਾਇਦਾ ਹੋਣਾ। ਬਿਲਕੁਲ। ਜਿਵੇਂ ਵਿੰਟਰ ਟਾਇਰਸ ਨੇ ਜੀ, ਉਹ ਐਕਸੀਡੈਂਟ ਨੂੰ ਪ੍ਰੀਵੈਂਟ ਕਰਨ 'ਚ ਹੈਲਪ ਕਰਦੇ ਨੇ। ਜਿਹੜਾ ਡੈਸ਼ ਕੈਮ ਆ ਉਹ ਐਕਸੀਡੈਂਟ ਹੋਣ ਤੋਂ ਬਾਅਦ ਜ਼ਿਆਦਾ ਪਲੇਅ 'ਚ ਆਉਂਦਾ, ਕਿਉਂਕਿ ਉਹਦੀ ਗਲਤੀ ਕਿਹਦੀ ਹੈ ਜਾਂ ਕੀ ਹੋਇਆ ਸੀਗਾ ਉਹਨੂੰ ਦਰਸਾਉਂਦਾ, ਉਹਨੂੰ ਪ੍ਰੂਵ ਕਰਦਾ। ਤਾਂ ਬਿਲਕੁਲ ਆਈ ਥਿੰਕ ਇਨਸੈਂਟਿਵ ਵਾਲਾ ਜਿਹੜਾ ਮੈਥਡ ਹੈ ਉਹ ਬੈਟਰ ਹੈ ਮੈਂਡੇਟੋਰੀ ਜਾਂ ਮੈਨੂਫੈਕਚਰਰਸ ਨੂੰ ਕਹਿਣ ਨਾਲੋਂ, ਕਿਉਂਕਿ ਇੱਕ ਤਾਂ ਜੇ ਪਰ ਜਿਨ੍ਹਾਂ ਨੇ ਫਰੋਡ ਕਰਨਾ, ਕਿਉਂਕਿ ਇੱਕ ਫਰੋਡ ਵੀ ਬਹੁਤ ਵੱਡਾ ਇਸ਼ੂ ਹੈ ਨਾ। ਜਿਹੜੀ ਆਟੋ ਇੰਸ਼ੋਰੈਂਸ ਦੇ ਵਿੱਚ ਬਹੁਤ ਵੱਡਾ ਪ੍ਰੋਬਲਮ ਹੈ ਫਰੋਡ। ਬਿਲਕੁਲ, ਉਹਨੂੰ ਬਚਾਉਣ 'ਚ ਜਿਨ੍ਹਾਂ ਨੇ ਫਰੋਡ ਕਰਨਾ ਉਹਨਾਂ ਨੇ ਤੇ ਨਹੀਂ ਲਾਉਣੇ ਫਿਰ ਆਪਣੇ ਆਪ ਕੈਮਰੇ। ਨਹੀਂ, ਐਵੇਂ ਹੈ ਜੀ, ਤਾਂ ਫਿਰ ਕਾਨੂੰਨੀ ਤੌਰ 'ਤੇ ਲਾਉਣੇ ਪੈਣਗੇ। ਨਹੀਂ, ਬਿਲਕੁਲ, ਮੈਂ ਇਹ ਕਹਿ ਰਿਹਾ ਕਿ ਪਹਿਲਾਂ ਇਨਸੈਂਟਿਵ ਦੇਣਾ ਸ਼ੁਰੂ ਕਰਨਾ ਚਾਹੀਦਾ।
ਹੌਲੀ ਹੌਲੀ ਲੋਕਾਂ ਨੂੰ ਈਜ਼ ਇਨ ਕਰਨਾ ਚਾਹੀਦਾ ਹੈ ਮੈਂਡੇਟੋਰੀ ਬਣਾਉਣ ਤੋਂ ਪਹਿਲਾਂ, ਕਿਉਂਕਿ ਜੇ ਆਪਾਂ ਕੋਈ ਚੀਜ਼ ਇੱਕਦਮ ਮੈਂਡੇਟੋਰੀ ਬਣਾ ਦਿੰਦੇ ਹਾਂ, ਜਿਵੇਂ ਹੁਣ ਅੱਜ ਕੱਲ੍ਹ ਦੀ ਡੇਟ 'ਚ ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਮਹਿੰਗਾਈ ਵੀ ਹੈ, ਸਾਰਾ ਕੁਛ ਹੈ, ਉਹਦੇ ਵਿੱਚ ਲੋਕਾਂ ਨੂੰ ਇਹ ਲੱਗੇਗਾ ਕਿ ਸਾਨੂੰ ਇੱਕ ਐਡਿਡ ਕੋਸਟ ਪੈ ਰਹੀ ਹੈ, ਵੀ ਪਹਿਲਾਂ ਹੀ ਗੱਡੀਆਂ ਮਹਿੰਗੀਆਂ ਨੇ ਅਤੇ ਸਾਨੂੰ ਹੁਣ ਇੱਕ ਡੈਸ਼ ਕੈਮ ਦੀ ਵੀ ਕੋਸਟ ਪਾਉਣੀ ਪੈ ਰਹੀ ਹੈ। ਜਿਹੜੀ ਗੱਡੀਆਂ ਹੁਣ ਆਲਰੇਡੀ ਰੋਡ 'ਤੇ ਚੱਲ ਰਹੀਆਂ ਜਿਹਨਾਂ ਨਹੀਂ ਹੈਗਾ, ਇਹਦਾ ਮਤਲਬ ਉਹਨਾਂ ਨੂੰ ਵੀ ਫਿਰ ਲਵਾਉਣਾ ਪਵੇਗਾ, ਕੁਛ ਟਾਈਮ ਦੇਗੀ ਸਰਕਾਰ ਜਾਂ ਤਾਂ, ਅਤੇ ਮੈਨੂਫੈਕਚਰਰਸ ਵੱਲੋਂ ਜੇ ਆਏਗਾ ਡੈਸ਼ ਕੈਮਸ ਦੀ ਵੀ ਬਹੁਤ ਵਰਾਇਟੀਜ਼ ਹੁੰਦੀਆਂ ਨੇ ਜੀ। ਹੁਣ ਫਿਰ ਗਵਰਨਮੈਂਟ ਨੂੰ ਇੱਕ ਡਿਫਾਈਨ ਕਰਨਾ ਪਏਗਾ ਕਿ ਮਿਨੀਮਮ ਰਿਕੁਆਇਰਮੈਂਟਸ ਕੀ ਨੇ ਡੈਸ਼ ਕੈਮ ਦੀਆਂ, ਕਿ ਉਹਦੀ ਕਿੰਨੀ ਕੁਆਲਿਟੀ ਹੋਣੀ ਚਾਹੀਦੀ ਵੀਡੀਓ ਰਿਕਾਰਡਿੰਗ ਦੀ, ਕਦੋਂ ਆਫ ਹੋਵੇ, ਕਦੋਂ ਔਨ ਹੋਵੇ, ਕੀ ਹੋਵੇ। ਹੋ ਸਕਦਾ ਕੋਈ ਬੰਦਾ ਉਸ ਤੋਂ ਬੈਟਰ ਲਵਾਉਣਾ ਚਾਹੁੰਦਾ ਹੋਵੇ, ਹੋਰ ਡਿਫਰੈਂਟ ਤਰੀਕੇ ਦਾ ਡੈਸ਼ ਕੈਮ ਲਵਾਉਣਾ ਚਾਹੁੰਦਾ ਹੋਵੇ, ਫਿਰ ਜਾਂ ਤਾਂ ਮੈਨੂਫੈਕਚਰਰਸ ਆਪਸ਼ਨ ਦਿਆ ਕਰਨਗੇ ਤੁਹਾਡੇ ਬਜਟ ਦੇ ਹਿਸਾਬ ਨਾਲ ਕਿ ਸਾਡੇ ਕੋਲ ਆਹ ਆਪਸ਼ਨਸ ਨੇ, ਗਵਰਨਮੈਂਟ ਦੀ ਰਿਕੁਆਇਰਮੈਂਟਸ ਮੀਟ ਕਰਦੇ ਨੇ। ਦੇਖੋ ਇੱਕ ਤਾਂ ਮਿਨੀਮਮ ਰਿਕੁਆਇਰਮੈਂਟ ਤੇ ਉਤੇ ਇਨਵੈਸਟੀਗੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਹਾਂਜੀ ਕਰਨੀ ਹੈ, ਉਸ ਤੋਂ ਉੱਤੇ ਤਾਂ ਕੱਲਾ ਜੋ ਮਰਜ਼ੀ ਲਾਈ ਜਾਵੇ। ਪਰ ਇਹ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਇਨਸੈਂਟਿਵ ਦਿੰਦੇ ਹੋ, ਜਿਵੇਂ ਵਿੰਟਰ ਟਾਇਰ ਦਾ ਇਨਸੈਂਟਿਵ ਦਿੱਤਾ ਜਾਂਦਾ, ਇਨਸੈਂਟਿਵ ਨਾਲ ਲੋਕ ਮੰਨਣਾ ਸ਼ੁਰੂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੁੰਦਾ, ਪੈਸੇ ਦਾ ਫਾਇਦਾ ਦਿਖਦਾ, ਸੋ ਆਪ ਲੈਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਆਪਾਂ ਮੈਂਡੇਟੋਰੀ ਇੱਕਦਮ ਕਰ ਦਿੰਦੇ ਹਾਂ, ਉਹ ਕਿਤੇ ਨਾ ਕਿਤੇ ਆਪਾਂ ਨੂੰ ਬ੍ਰੀਚ ਆਫ ਪ੍ਰਾਈਵੇਸੀ ਵੀ ਲੱਗ ਸਕਦਾ ਕਿਸੇ ਸੈਕਸ਼ਨ ਆਫ ਪੀਪਲ ਨੂੰ, ਕਿਸੇ ਨੂੰ ਉਹ ਇੰਟਰਫੇਰੈਂਸ ਵੀ ਲੱਗ ਸਕਦੀ ਹੈ, ਕਿਉਂਕਿ ਜਿਵੇਂ ਇੱਕ ਅੱਜ ਕੱਲ੍ਹ ਐਪਸ ਚੱਲਦੀਆਂ ਜਿਹੜੀ ਇੰਸ਼ੋਰੈਂਸ ਕੰਪਨੀਜ਼ ਐਨਕਰੇਜ ਕਰਦੀਆਂ ਲੋਕ ਕਿ ਜਦੋਂ ਤੁਸੀਂ ਪੋਲਿਸੀ ਲੈਂਦੇ ਹੋ ਐਪ ਫੋਨ 'ਚ ਪਾ ਲਓ, ਤਾਂ ਕਿ ਜਦੋਂ ਤੁਸੀਂ ਗੱਡੀ ਚਲਾਓ ਕਹਿੰਦੇ ਨੇ ਵੀ ਐਪ ਔਨ ਕਰ ਲਓ ਜਿੰਨੀ ਦੇਰ ਤੁਹਾਡੀ ਟ੍ਰਿਪ ਚੱਲ ਰਹੀ ਹੈ। ਉਹਦੇ ਨਾਲ ਕੀ ਹੈ, ਉਹ ਐਪ ਡੇਟਾ ਕਲੈਕਟ ਕਰਦੀ ਹੈ ਕਿ ਤੁਹਾਡੀ ਐਵਰੇਜ ਸਪੀਡ ਕਿੰਨੀ ਸੀ, ਤੁਸੀਂ ਬ੍ਰੇਕ ਕਿੰਨੀ ਲਾਈ, ਉਹਦੇ ਡੇਟਾ ਦੇ ਹਿਸਾਬ ਨਾਲ ਉਹ ਤੁਹਾਨੂੰ ਫਿਰ ਨੈਕਸਟ ਈਅਰ ਡਿਸਕਾਊਂਟ ਦੇ ਸਕਦੇ ਨੇ ਜੇ ਤੁਸੀਂ ਵਧੀਆ ਗੱਡੀ ਚਲਾ ਰਹੇ ਹੋ। ਉਹ ਜ਼ਿਆਦਾਤਰ ਨਹੀਂ ਲੋਕ ਯੂਜ਼ ਕਰਦੇ, ਮੈਨੂੰ ਵੀ ਆਪਸ਼ਨ ਦਿੱਤਾ ਗਿਆ ਸੀ, ਮੈਂ ਵੀ ਨਹੀਂ ਉਹ ਐਪ ਲਈ, ਕਿ ਮੈਨੂੰ ਲੱਗਿਆ ਕਿ ਮੇਰੀ ਜ਼ਿਆਦਾ ਡੇਟਾ ਕਲੈਕਟ ਹੋ ਰਿਹਾ, ਮੈਂ ਨਹੀਂ ਰਹਿਣਾ। ਹੋ ਸਕਦਾ ਕੋਈ ਇਹੋ ਜਿਹੀ ਸਿਚੁਏਸ਼ਨ ਆ ਜਾਵੇ ਜਿਹਦੇ ਵਿੱਚ ਮੈਨੂੰ ਬ੍ਰੇਕ ਲੈਣੀ ਪੈ ਜੇ, ਮੇਰੀ ਗਲਤੀ ਨਾ ਹੋਵੇ, ਪਰ ਡੇਟਾ ਤਾਂ ਨਹੀਂ ਦੱਸੇਗਾ ਕਿ ਗਲਤੀ ਕਿਹਦੀ ਸੀ, ਬ੍ਰੇਕ ਕਿਹਨੇ ਲਾਈ ਹੈ, ਕਿਉਂ ਲਾਈ ਹੈ। ਸੋ ਮੈਂ ਵੀ ਨਹੀਂ ਆਪਟ ਕੀਤਾ। ਸੋ ਐਵੇਂ ਉਹ ਕਾਫੀ ਲੋਕ ਨਹੀਂ ਆਪਟ ਕਰਦੇ, ਉਹ ਜ਼ਿਆਦਾ ਪੈਸੇ ਦੇਣਾ ਪਸੰਦ ਕਰਦੇ ਨੇ। ਪਰ ਜਦੋਂ ਆਪਾਂ ਕਿਸੇ ਚੀਜ਼ ਨੂੰ ਇਨਸੈਂਟਿਵਾਈਜ਼ ਕਰਦੇ ਹਾਂ ਕਿ ਤੁਸੀਂ ਇਹਨੂੰ ਲਾਓ, ਅਸੀਂ ਇਹਨੂੰ ਤੁਹਾਨੂੰ ਡਿਸਕਾਊਂਟ ਹੋਰ ਦੇ ਰਹੇ ਹਾਂ, ਪਰ ਹਾਂ ਜ਼ਿਆਦਾ ਡੇਟਾ ਕਲੈਕਸ਼ਨ ਵੀ ਨਾ ਹੋਵੇ। ਨਹੀਂ, ਪਰ ਇੱਕ ਇਹ ਵੀ ਤਾਂ ਆਰਗੂਮੈਂਟ ਹੈ, ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ, ਕਿ ਜਦੋਂ ਕਿਸੇ ਸਮਾਜ 'ਚ ਕੋਈ ਪ੍ਰੋਬਲਮ ਬਣ ਜੇ, ਜਦੋਂ ਮੇਜਰ ਕੰਸਰਨ ਉਹ ਹੋ ਜਾਏ, ਹਾਂਜੀ, ਫਿਰ ਇਹ ਜਿਹੜੇ ਚੰਦ ਲੋਕਾਂ ਦੇ ਜਿਹੜੇ ਦਿਮਾਗ ਦੇ ਇਹ ਫੰਡੇ ਨੇ, ਉਹਨਾਂ ਨੂੰ ਸੈਟਿਸਫਾਈ ਕਰਨ ਲਈ ਇੱਕ ਵੱਡੀ ਪ੍ਰੋਬਲਮ ਨੂੰ ਇਗਨੋਰ ਨਹੀਂ ਨਾ ਕੀਤਾ ਜਾ ਸਕਦਾ। ਹਾਂਜੀ, ਬਿਲਕੁਲ। ਕਿ ਜਦੋਂ ਹੁਣ ਕ੍ਰਾਈਮ ਇੰਨਾ ਵੱਧ ਗਿਆ, ਕਾਰ ਚੋਰੀ ਇੰਨੀ ਹੋ ਗਈ ਹੈ, ਤੇ ਹੋਰ ਬਹੁਤ ਕੁਝ ਹੋ ਰਿਹਾ, ਇੰਸ਼ੋਰੈਂਸ ਫਰਾਡ ਇੰਨਾ ਹੋ ਰਿਹਾ, ਉਹਦੇ 'ਚ ਹੋ ਸਕਦਾ ਥੋੜ੍ਹਿਆਂ ਨੂੰ ਮਾੜਾ ਮੋਟਾ ਸਮਝੌਤਾ ਕਰਨਾ ਪਏ, ਕਿਉਂਕਿ ਪ੍ਰੋਬਲਮ ਬੜੀ ਵੱਡੀ ਹੈ। ਬਿਲਕੁਲ ਜੀ, ਉਹ ਤੁਹਾਡੀ ਗੱਲ ਵੀ ਬਿਲਕੁਲ ਸਹੀ ਹੈ, ਮੈਂ ਵੀ ਇਹਦੇ ਬਾਰੇ ਸੋਚਿਆ ਸੀਗਾ। ਪਰ ਕੀ ਹੁੰਦਾ, ਕਈ ਵਾਰੀ ਨਾ ਆਪਾਂ ਨੂੰ ਅਕਸਰ ਹਿਊਮਨ ਟੈਂਡੈਂਸੀ ਹੈ ਕਿ ਆਪਾਂ ਨੂੰ ਕਈ ਵਾਰ ਐਂ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਆਪਾਂ ਸੋਚ ਰਹੇ ਹਾਂ ਉਹ ਸਹੀ ਹੈ ਅਤੇ ਸਭ 'ਤੇ ਲਾਗੂ ਹੋਣੀ ਚਾਹੀਦੀ ਹੈ। ਹੋ ਸਕਦਾ ਜਦੋਂ ਆਪਾਂ ਕਾਲਜ ਵੀ ਲਵਾਂਗੇ ਆਪਾਂ ਨੂੰ ਨਵੇਂ ਵਿਊ ਪੁਆਇੰਟ ਸੁਣਨ ਨੂੰ ਮਿਲਣ, ਕਿਉਂਕਿ ਇਹ ਇੱਕ ਤੁਸੀਂ ਬੜਾ ਵਧੀਆ ਇੱਕ ਉਪਰਾਲਾ ਵੀ ਕੀਤਾ, ਮੈਂ ਬੜੀ ਵਧਾਈ ਦੇਣਾ ਚਾਹੁੰਦਾ, ਕਿਉਂਕਿ ਇਹ ਚੀਜ਼ ਹਲੇ ਕਨਵਰਸੇਸ਼ਨ ਤੁਸੀਂ ਸ਼ੁਰੂ ਕਰ ਰਹੇ ਹੋ, ਇਹਦੀ ਇਹ ਹਲੇ ਸਮਾਜ 'ਚ ਕਨਵਰਸੇਸ਼ਨ ਸ਼ੁਰੂ ਨਹੀਂ ਹੋਈ ਕਿ ਮੈਂਡੇਟੋਰੀ ਹੋਣਾ ਚਾਹੀਦਾ ਕਿ ਨਹੀਂ। ਪਰ ਜਦੋਂ ਕਨਵਰਸੇਸ਼ਨ ਸ਼ੁਰੂ ਹੋਏਗੀ, ਸਰਕਾਰ ਵੀ ਹੋ ਸਕਦਾ ਵਿਊਜ਼ ਲਵੇ ਲੋਕਾਂ ਦੇ, ਅਤੇ ਉਦੋਂ ਨਵੀਆਂ ਚੀਜ਼ਾਂ ਨਿਕਲ ਕੇ ਆ ਸਕਦੀਆਂ ਨੇ। ਬਿਲਕੁਲ, ਤਾਂ ਡਿਸਕਸ਼ਨ ਵੀ ਆਪਾਂ ਇਸੇ ਕਰਕੇ ਕਰ ਰਹੇ ਹਾਂ ਕਿ ਇੱਕ ਸਾਈਡ ਨੂੰ ਇਹ ਲੱਗਦਾ ਕਿ ਇਹ ਇਫੈਕਟਿਵ ਹੋ ਸਕਦਾ, ਪਰ ਇਹਦੇ ਖਿਲਾਫ ਵੀ ਆਰਗੂਮੈਂਟਸ ਹੋ ਸਕਦੀਆਂ ਸਟਰੋਂਗ, ਉਹ ਆਉਣ ਵਾਲੀ ਡਿਸਕਸ਼ਨ 'ਚ ਸਾਨੂੰ ਉਹ ਸੁਣਨ ਦਾ ਮੌਕਾ ਮਿਲੇਗਾ। ਜਸਮਿੰਦਰ ਜੀ, ਮੰਨ ਲਿਆ, ਚਲੋ ਇੱਕ ਇਹ ਆਪਾਂ ਆਰਗੂਮੈਂਟ ਮੰਨ ਲੈਂਦੇ ਕਿ ਮੰਨ ਲਿਆ ਵੀ ਇਹ ਗਵਰਨਮੈਂਟ ਇਹ ਫੈਸਲਾ ਕਰ ਲੈਂਦੀ ਹੈ, ਮੈਂਡੇਟੋਰੀ ਇਹ ਹੋ ਜਾਂਦੇ ਨੇ, ਹਾਂਜੀ, ਕੀ ਫਿਰ ਇਹ ਕਿੰਨੇ ਕੁ ਇਫੈਕਟਿਵ ਹੋਣਗੇ, ਕਿ ਜਾਂ ਉਹਦੇ 'ਚ ਵੀ ਚੈਲੰਜਸ ਹੋ ਸਕਦੇ ਨੇ? ਦੇਖੋ ਜੀ, ਜਿੱਥੇ ਇਫੈਕਟਿਵ ਹੋਣ ਦੀ ਗੱਲ ਹੈ, ਇਫੈਕਟਿਵ ਤਾਂ ਇਹ ਬਹੁਤ ਹੋਣਗੇ, ਕਿਉਂਕਿ ਇੱਕ ਤਾਂ ਇਹ ਜਿਵੇਂ ਤੁਸੀਂ ਕਿਹਾ ਇੰਸ਼ੋਰੈਂਸ ਫਰਾਡ ਨੂੰ ਬਚਾਉਣਗੇ। ਕਈ ਵਾਰ ਤੁਹਾਡੇ ਅੱਗੇ ਕੋਈ ਜਾਣ ਕੇ ਆ ਜਾਂਦਾ ਹੈ, ਤੁਹਾਨੂੰ ਸਿਰਫ ਕਲੇਮ ਲੈਣ ਲਈ, ਕਾਫੀ ਇੰਸੀਡੈਂਟ ਹੁੰਦੇ ਨੇ ਜਿੱਥੇ ਜਾਣ ਕੇ ਐਕਸੀਡੈਂਟ ਹੁੰਦੇ ਨੇ, ਉਹ ਚੀਜ਼ ਡਿਟੈਕਟ ਹੋਏਗੀ। ਜਦੋਂ ਐਕਸੀਡੈਂਟ ਹੁੰਦਾ ਉਹਦੇ ਬਾਅਦ ਇੰਸ਼ੋਰੈਂਸ ਕੰਪਨੀ ਨੇ ਇਹ ਫੈਸਲਾ ਕਰਨਾ ਹੁੰਦਾ ਕਿ ਜਿਹੜਾ ਡਰਾਈਵਰ ਸੀਗਾ, ਜਿਹੜਾ ਕਲੇਮ ਮੰਗ ਰਿਹਾ ਹੈ, ਉਹ ਫਾਲਟ 'ਤੇ ਸੀਗਾ ਕਿ ਉਹਦਾ ਫਾਲਟ ਨਹੀਂ ਸੀਗਾ, ਉਹਨੂੰ ਡਿਟਰਮਿਨ ਕਰਨ 'ਚ ਵੀ ਇਹ ਚੀਜ਼ ਹੈਲਪ ਕਰੇਗੀ, ਕਿਉਂਕਿ ਹਲੇ ਤਾਂ ਉਹ ਮੂੰਹ ਜ਼ਬਾਨੀ ਸਟੇਟਮੈਂਟ 'ਤੇ ਬਿਲੀਵ ਕਰਦੇ ਨੇ ਜਿਹੜਾ ਬੰਦਾ ਕਹਿੰਦਾ, ਪਰ ਜਦੋਂ ਇਹ ਡੈਸ਼ ਕੈਮ ਹੋਣ ਲੱਗੇ ਤਾਂ ਉਹਦੀ ਫੁਟੇਜ ਓਬਵੀਅਸਲੀ ਸਭ ਤੋਂ ਪਹਿਲਾਂ ਮੰਗਿਆ ਕਰਨਗੇ। ਤੀਜੀ ਚੀਜ਼ ਹੈ ਜਿਹੜੀ ਹੈ ਜੀ, ਕਿ ਜਦੋਂ ਤੁਹਾਨੂੰ ਟਿਕਟ ਮਿਲ ਜਾਂਦੀ ਹੈ, ਕਈ ਵਾਰੀ ਹੈ ਕੋਈ ਤੁਹਾਡੇ ਕ੍ਰਿਮੀਨਲ ਚਾਰਜ ਲੱਗ ਜਾਂਦਾ ਡਰਾਈਵਿੰਗ ਦੇ ਰਿਲੇਟਡ, ਜਾਂ ਤੁਹਾਡੀ ਗਲਤੀ ਨਹੀਂ ਹੈਗੀ ਤੁਹਾਨੂੰ ਲੱਗਦਾ, ਪਰ ਪੁਲਿਸ ਵਾਲੇ ਨੇ ਤੁਹਾਡੀ ਨਹੀਂ ਸੁਣੀ ਜਾਂ ਤੁਹਾਡੀ 'ਤੇ ਚਾਰਜਸ ਲਾਤੇ, ਉਹਨੂੰ ਫਾਈਟ ਕਰਨ 'ਚ ਵੀ ਐਜ਼ ਐਵੀਡੈਂਸ ਇਹ ਯੂਜ਼ ਹੋ ਸਕਦਾ। ਤਾਂ ਉਹ ਤੁਸੀਂ ਆਪਣੀ, ਕਿਉਂਕਿ ਕੰਕਰੀਟ ਐਵੀਡੈਂਸ ਹੈ, ਤੁਸੀਂ ਦਿਖਾ ਸਕਦੇ ਹੋ ਕਿ ਤੁਹਾਡੀ ਸਪੀਡ ਕਿੰਨੀ ਸੀ, ਤੁਸੀਂ ਰੁਕੇ ਹੋਏ ਸੀ, ਤੁਸੀਂ ਚੱਲ ਰਹੇ ਸੀ, ਕਿਹੜੀ ਲੇਨ 'ਚ ਸੀਗੇ, ਤੁਸੀਂ ਕਿਵੇਂ ਲੇਨ 'ਚ ਚੇਂਜ ਕੀਤੀ, ਤੁਹਾਡੇ ਅੱਗੇ ਕੋਈ ਚੀਜ਼ ਆ ਗਈ, ਉਹ ਸਾਰੀ ਚੀਜ਼ਾਂ ਦੇ 'ਚ ਇਹ ਹੈਲਪ ਕਰ ਸਕਦੀ ਹੈ। ਪਰ ਇੱਕ ਨੈਗੇਟਿਵ ਚੀਜ਼ ਵੀ ਹੈ ਜੀ, ਕਿ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਰਿਪੇਅਰ ਐਂਡ ਮੇਨਟੇਨੈਂਸ ਦਾ ਵੀ ਇਸ਼ੂ ਹੈ, ਕਿ ਜੇ ਡੈਸ਼ ਕੈਮਸ ਖਰਾਬ ਹੋ ਜਾਣ,
ਉਹ ਇੱਕ ਤਾਂ ਡਿਟੈਕਟ ਕਿਵੇਂ ਹੋਣਗੇ, ਖਰਾਬ ਹੋ ਗਏ ਨੇ, ਉਹਦਾ ਖਰਚਾ ਵੀ ਇੱਕ ਐਕਸਟਰਾ ਕੋਸਟ ਇੱਕ ਕੰਜ਼ਿਊਮਰ ਨੂੰ ਪਏਗੀ ਕਿ ਉਹਨੂੰ ਠੀਕ ਕਰਾਉਣ ਦਾ, ਨਵਾਂ ਲਵਾਉਣ ਦਾ। ਉਹਦੇ ਵੀ ਜਿਵੇਂ ਅੱਜ ਕੱਲ੍ਹ ਹਰ ਚੀਜ਼ ਦਾ ਵੇਟ ਟਾਈਮ ਹੈ, ਉਹਦਾ ਵੀ ਇੱਕ ਵੇਟ ਟਾਈਮ ਹੋ ਸਕਦਾ ਵੀ ਉਹਨੂੰ ਲਵਾਉਣ ਲਈ ਵੀ ਟਾਈਮ ਲੈਣਾ ਪਵੇ ਸਲੋਟ, ਅਤੇ ਉਹਦਾ ਇੱਕ ਟਾਈਮ ਵੀ ਬੰਨ੍ਹਣਾ ਪੈ ਸਕਦਾ ਸਰਕਾਰ ਨੂੰ ਕਿ ਜੇ ਖਰਾਬ ਹੋ ਜਾਏ ਤਾਂ ਕਿੰਨੀ ਦੇਰ ਦੇ ਵਿੱਚ ਤੁਸੀਂ ਦੁਬਾਰਾ ਲਵਾਉਣਾ। ਅਦਰਵਾਈਜ਼ ਲੋਕ ਇਹ ਕਹਿ ਸਕਦੇ ਨੇ ਸਾਡਾ ਤਾਂ ਜੀ ਮੈਮਰੀ ਕਾਰਡ ਨਿਕਲਿਆ ਹੋਇਆ ਸੀ, ਰਿਕਾਰਡ ਨਹੀਂ ਹੋ ਰਿਹਾ ਸੀ ਜਾਂ ਖਰਾਬ ਸੀ ਕੈਮਰਾ। ਜਿਹਨਾਂ ਨੇ ਮਿਲ ਕੇ ਕਾਰਾਂ ਚੋਰੀ ਕਰਾਉਣੀਆਂ, ਹਾਂਜੀ, ਉਹ ਤਾਂ ਪਹਿਲਾਂ ਕੈਮਰਾ ਹੀ ਬੰਦ ਕਰਨਗੇ, ਕੈਮਰਾ ਹੀ ਬੰਦ ਕਰਨਗੇ। ਅਤੇ ਦੂਸਰੀ ਗੱਲ ਹੈ ਕਿ ਜਿਵੇਂ ਅੱਜ ਕੱਲ੍ਹ ਜਿਹੜੇ ਕੈਮਰਾਜ਼ ਆ ਰਹੇ ਨੇ, ਉਹ ਜ਼ਿਆਦਾਤਰ ਇਹੋ ਜਿਹੇ ਕੈਮਰਾਜ਼ ਨੇ ਜਿਹੜੇ ਗੱਡੀ ਖੜੀ 'ਤੇ ਰਿਕਾਰਡ ਨਹੀਂ ਕਰਦੇ ਹੈਗੇ। ਫਿਰ ਆਪਾਂ ਨੂੰ ਜਾਂ ਤਾਂ ਜੇ ਆਪਾਂ ਚਾਹੁੰਦੇ ਹਾਂ ਵੀ ਉਹ ਕਾਰ ਥੈਫਟ ਨੂੰ ਵੀ ਰੋਕਣ, ਤਾਂ ਉਹ ਐਵੇਂ ਦੇ ਕੈਮਰਾਜ਼ ਹੋਣੇ ਚਾਹੀਦੇ ਜਿਹੜੀ ਖੜੀ ਗੱਡੀ ਦੇ ਵੀ ਉਹ ਵੀਡੀਓ ਰਿਕਾਰਡ ਕਰਨ, ਅੱਗੇ ਦੀ ਵੀ ਇੱਕ ਰਿਕਾਰਡ ਕਰਦੇ ਨੇ, ਪਿੱਛੇ ਦੀ ਵੀ, ਅੰਦਰ ਦੀ ਵੀ ਗੱਡੀ ਦੀ ਰਿਕਾਰਡ ਕਰਦੇ ਨੇ ਵੀਡੀਓਜ਼, ਜਿਹਦੇ ਵਿੱਚ ਪ੍ਰਾਈਵੇਸੀ ਇਸ਼ੂਜ਼ ਵੀ ਆ ਸਕਦੇ ਨੇ। ਪਰ ਚਲੋ ਉਹ ਗਵਰਨਮੈਂਟ ਉਹਦੇ ਵਿੱਚ ਵੀ ਕੁਛ ਨਾ ਕੁਛ ਰੂਲ ਬਣਾਏਗੀ। ਪਰ ਹਾਂ, ਫਿਰ ਉਸ ਤਰ੍ਹਾਂ ਦੇ ਕੈਮਰਾ ਚਾਹੀਦੇ ਜਿਹੜੇ 24 ਘੰਟੇ ਵੀਡੀਓ ਰਿਕਾਰਡ ਕਰਦੇ ਰਹਿਣ ਅਤੇ ਉਹਨਾਂ ਨੂੰ ਕੋਈ ਬੰਦ ਨਾ ਕਰ ਸਕੇ ਈਜ਼ੀਲੀ, ਜੇ ਆਪਾਂ ਚਾਹੁੰਦੇ ਹਾਂ ਵੀ ਉਹ ਕਾਰ ਥੈਫਟ ਵੀ ਆਪਾਂ ਬਚਾਇਆ ਜਾਵੇ। ਸੰਦੀਪ ਹੋਰੀ ਪੁੱਛ ਰਹੇ ਆ ਕਿ ਜਿਹੜੇ ਟਰੱਕਿੰਗ ਕੰਪਨੀਆਂ ਟਰੱਕਾਂ ਦੇ ਅੰਦਰ ਕੈਮਰਾ ਇੰਸਟਾਲ ਕਰਦੀਆਂ ਡਰਾਈਵਰ 'ਤੇ ਨਿਗਾਹ ਰੱਖਣ ਲਈ, ਇਹਦੀ ਲੀਗਲ ਮਤਲਬ ਤੌਰ ਦੇ ਉੱਤੇ ਕੀ ਇਹ ਠੀਕ ਹੈ ਜਾਂ ਗਲਤ ਹੈ? ਇਹਦੇ 'ਚ ਜਸਵਿੰਦਰ ਜੀ ਤੁਸੀਂ ਦੱਸ ਸਕਦੇ ਹੋ ਕੁਛ? ਹਾਂਜੀ, ਜੇ ਅੰਦਰ ਕੈਮਰਾ ਲੱਗਿਆ ਹੋਇਆ ਅਤੇ ਡਰਾਈਵਰ ਨੂੰ ਪਤਾ ਕਿ ਕੈਮਰਾ ਲੱਗਿਆ ਹੋਇਆ ਅਤੇ ਡਰਾਈਵਰ ਦੀ ਕੰਸੈਂਟ ਹੈ, ਮਰਜ਼ੀ ਹੈ, ਤਾਂ ਉਹ ਲੀਗਲ ਹੈ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਬਿਨਾਂ ਦੱਸੇ ਕੈਮਰਾ ਲਗਾਉਣਾ, ਕਿਸੇ ਨੂੰ ਰਿਕਾਰਡ ਕਰਨਾ, ਉਹ ਇੱਕ ਪ੍ਰਾਈਵੇਸੀ ਇਸ਼ੂ ਬਣ ਸਕਦਾ ਜੀ। ਕਿਉਂਕਿ ਇੱਕ ਡਰਾਈਵਰ, ਇੱਕ ਜਿਹੜਾ ਕੈਬਿਨ ਹੁੰਦਾ ਟਰੱਕ ਦਾ, ਉਹਦੇ ਵਿੱਚ ਇੱਕ ਡਰਾਈਵਰ, ਇੱਕ ਇਨਕਲੋਜ਼ ਸਪੇਸ ਹੈ, ਡਰਾਈਵਰ ਆਪਣੀ ਪ੍ਰਾਈਵੇਸੀ ਐਕਸਪੈਕਟ ਕਰ ਸਕਦਾ। ਜਿਵੇਂ ਆਪਾਂ ਘਰ ਦੇ ਅੰਦਰ ਕਰਦੇ ਹਾਂ ਜਾਂ ਬਾਥਰੂਮ ਦੇ ਅੰਦਰ ਕਰਦੇ ਹਾਂ ਜਾਂ ਆਪਾਂ ਇਸ ਸਟੂਡੀਓ ਦੇ ਅੰਦਰ ਕਰਦੇ ਹਾਂ, ਤਾਂ ਉਹਦੇ ਵਿੱਚ ਜੇ ਆਪਾਂ ਬਿਨਾਂ ਦੱਸੇ ਕਿਸੇ ਨੂੰ ਰਿਕਾਰਡ ਕਰਾਂਗੇ, ਉਹ ਵੋਇਰਿਜ਼ਮ ਦੇ ਅੰਦਰ ਆ ਸਕਦਾ, ਕ੍ਰਿਮੀਨਲ ਚਾਰਜ ਵੀ ਹੋ ਸਕਦੇ ਨੇ ਅਤੇ ਪ੍ਰਾਈਵੇਸੀ ਦਾ ਇਸ਼ੂ ਵੀ ਬਣ ਸਕਦਾ। ਪਰ ਇਹ ਤਾਂ ਕੋਈ ਕੰਪਨੀ ਕਰ ਹੀ ਸਕਦੀ ਹੈ ਕਿ ਵੀ ਅਸੀਂ ਹਾਇਰ ਹੀ ਉਹ ਬੰਦਾ ਕਰਨਾ ਜਿਹੜਾ ਕੈਮਰੇ ਨੂੰ ਕੰਸੈਂਟ ਦੇ। ਕਰ ਸਕਦੀ ਹੈ ਜੀ, ਹਾਂਜੀ ਕਰ ਸਕਦੀ ਹੈ ਜੀ, ਬਿਲਕੁਲ। ਕੰਪਨੀ ਕਰਦੀ ਹੋਣੀ, ਇੰਨਾ ਕੁ ਤਾਂ ਰਾਈਟ ਹੋਏਗਾ। ਹਾਂਜੀ, ਦੀਪ ਗਿੱਲ ਤੇ ਜੈਜ਼ ਦੇ ਕੁਐਸਚਨ ਨੂੰ ਤੁਸੀਂ ਰਿਸਪੌਂਡ ਕਰ ਚੁੱਕੇ ਹੋ। ਅਤੇ ਸਿਮਰਨ ਕਹਿ ਰਹੇ ਨੇ ਕਿ ਵੀ ਹੈਵ ਡੈਸ਼ ਕੈਮ ਇਨ ਆਰ ਆਲ ਟਰੱਕਸ ਡੇ 1 ਤੋਂ, ਅਤੇ ਜਿਹੜੇ US ਬਾਰਡਰ ਏਜੰਟ ਨੇ ਕਦੇ ਇਹ ਇਸ਼ੂ ਨਹੀਂ ਬਣਾਇਆ, ਜਿਵੇਂ ਤੁਸੀਂ ਖੁਦ ਵੀ ਕਿਹਾ ਕਿ ਇਹ। ਅਤੇ ਸੁਮਿਤ ਕਹਿ ਰਹੇ ਨੇ ਕਿ ਮਿਸਿਸਾਗਾ 'ਚ ਕਹਿੰਦੇ ਨੰਬਰ ਤਾਂ ਮੈਨੂੰ ਨਹੀਂ ਪਤਾ, ਬਹੁਤੇ ਕੈਮਰੇ ਕੰਮ ਨਹੀਂ ਕਰ ਰਹੇ, ਜਿਹੜੇ ਸਿਟੀ ਨੇ ਦੂਜੇ ਕੈਮਰਿਆਂ ਦੀ ਗੱਲ ਕਰ ਰਹੇ, ਜਿਹੜੇ ਮੇਰੇ ਖਿਆਲ ਹੈ CCTV, ਜਿਹੜੇ ਉਹ ਸਟਰੀਟਸ 'ਤੇ ਲਾਏ ਹੋਏ ਆ। ਇਹ ਖੈਰ ਡਿਫਰੈਂਟ ਚੀਜ਼ ਹੋ ਗਈ ਵੈਸੇ। ਅਤੇ ਦੀਪ ਕਹਿ ਰਹੇ ਨੇ ਕਿ ਜਿਸ ਹਿਸਾਬ ਨਾਲ ਕਾਰਾਂ ਚੋਰੀ ਹੋ ਰਹੀਆਂ, ਚਲੋ ਇਹ ਡਿਫਰੈਂਟ ਥੋੜ੍ਹਾ ਗੱਲ ਆਰਗੂਮੈਂਟ ਹੈ। ਪੀਓ ਲਖੋਰਨ ਦਾ ਵੀ ਇਹੀ ਕਿ ਬਾਰਡਰ 'ਤੇ ਕੋਈ ਇਸ਼ੂ ਨਹੀਂ ਹੈ, ਤਾਂ ਵੈਸੇ ਜ਼ਿਆਦਾਤਰ ਨੇ ਆਪਣੀ ਗੱਲ ਕਰ ਲਈ ਹੈ। ਇੱਕ ਆਰਗੂਮੈਂਟ ਹੈ ਸੰਦੀਪ ਸਿੰਘਾ ਦੀ, ਜਦੋਂ ਕਾਰ ਚੋਗੀ ਅਤੇ ਡੈਸ਼ ਕੈਮ ਵੀ ਨਾਲ, ਕਾਰ ਚੋਰੀ ਹੋ ਗਈ ਅਤੇ ਡੈਸ਼ ਕੈਮ ਵੀ ਨਾਲ ਚੋਰੀ ਹੋ ਜਾਣਾ, ਫਿਰ ਉਹਦਾ ਕੀ ਫਾਇਦਾ ਹੋਇਆ? ਹਾਂਜੀ, ਜਿਵੇਂ ਆਪਾਂ ਉਹ ਗੱਲ ਕੀਤੀ ਕਿ ਇੱਕ ਤਾਂ ਡੈਸ਼ ਕੈਮ 24 ਘੰਟੇ ਚੱਲਣਾ ਚਾਹੀਦਾ ਜੇ ਉਹ ਕਾਰ ਚੋਰੀ ਰੋਕੇ, ਜੇ ਆਪਾਂ ਕਹਿੰਦੇ ਹਾਂ। ਅਤੇ ਦੂਸਰੀ ਗੱਲ ਹੈ ਵੀ ਡੈਸ਼ ਕੈਮ ਦਾ ਅੰਦਰਲੇ ਪਾਸੇ ਵੀ ਚੱਲਣਾ ਜ਼ਰੂਰੀ ਹੈ ਫਿਰ ਤਾਂ, ਜਿਹਦੇ ਨਾਲ ਉਹ ਅੰਦਰ ਦੀ ਵੀ ਵੀਡੀਓ ਰਿਕਾਰਡ ਕਰੇ ਵੀ ਕੌਣ ਆ ਕੇ ਬੈਠ ਰਿਹਾ, ਕਿਵੇਂ ਕਾਰ ਖੋਲ੍ਹ ਰਿਹਾ ਬੰਦਾ। ਅਤੇ ਹਾਂਜੀ, ਟੈਕਨੋਲੋਜੀ ਜਦੋਂ ਆਉਂਦੀ ਹੈ ਤਾਂ ਟੈਕਨੋਲੋਜੀ ਨੂੰ ਤੋੜਨ ਵਾਲੇ ਵੀ ਉਹਦੇ ਨਾਲ ਹੀ ਚੱਲਦੇ ਨੇ। ਜਿਵੇਂ ਐਪਲ ਦਾ 에ਅਰ ਟੈਗ ਆਇਆ, ਜਿਹਨੂੰ ਲੋਕ ਕਹਿੰਦੇ ਵੀ ਗੱਡੀ ਵਿੱਚ ਰੱਖੋ ਅਤੇ ਤੁਸੀਂ ਟਰੈਕ ਕਰ ਸਕਦੇ ਹੋ, ਪਰ ਚੋਰਾਂ ਨੇ ਉਹ ਵੀ ਯੂਜ਼ ਕਰਨਾ ਸ਼ੁਰੂ ਕਰਤਾ ਗੱਡੀਆਂ ਚੋਰੀ ਕਰਨ ਲਈ। ਅੱਗੇ ਜਿਹੜੇ ਮੈਸੇਜ ਨੇ, ਅਰਵਿੰਦਰ ਕਹਿ ਰਹੇ ਨੇ ਕਿ ਕਾਰ ਮੈਨੂਫੈਕਚਰਰਸ ਨੂੰ ਕਰਨਾ ਸ਼ੁਰੂ ਚਾਹੀਦਾ ਕਰਨਾ, ਇਨਬਿਲਟ ਕੈਮਰੇ ਹੋਣ। ਅੱਛਾ, ਅੱਗੇ ਸੰਨੀ ਸਿੰਘ ਕਰ ਰਹੇ ਨੇ ਕਿ ਥੋੜ੍ਹਾ ਜਿਹਾ ਗੱਲ ਕਈ ਵਾਰ ਜਿਹੜੀ ਚੱਲ ਰਹੀ ਡਿਸਕਸ਼ਨ ਤੋਂ ਬਾਹਰ ਵੀ ਚਲੇ ਜਾਂਦੀ ਹੈ, ਮੈਂ ਉੱਦਾਂ ਦੇ ਇਸ਼ੂ ਨਹੀਂ ਲੈ ਰਿਹਾ। ਇਹ ਅੱਗੇ ਮਨੋਜ ਹੋਰਾਂ ਦਾ ਇੱਕ ਆਰਗੂਮੈਂਟ ਹੈ ਕਿ ਹੌਲੀ ਹੌਲੀ ਜਿਹੜੇ ਚਾਰਟਰ ਰਾਈਟਸ ਨੇ ਇਸ ਕੰਟਰੀ 'ਚ ਮਰ ਰਹੇ ਨੇ। ਮੇਰੇ ਕਹਿਣ ਦਾ ਇਹਨਾਂ ਦਾ ਇਹ ਲੱਗਦਾ ਮਤਲਬ ਕਿ ਵੀ ਅਲੱਗ-ਅਲੱਗ ਜਿਹੜੀਆਂ ਸਿਚੁਏਸ਼ਨ ਬਣਦੀਆਂ ਨੇ, ਉਹਨਾਂ ਕਰਕੇ ਅਸੀਂ ਇਸ ਗੱਲ ਲਈ ਕੰਪਰੋਮਾਈਜ਼ ਕਰਨ ਲਈ ਤਿਆਰ ਹੀ ਬੈਠੇ ਹੁੰਦੇ ਹਾਂ ਕਿ ਕੋਈ ਨਹੀਂ, ਇਸ ਚਾਰਟਰ ਰਾਈਟ ਨੂੰ ਛੱਡ ਦਿਓ, ਆਹ ਦੂਜਾ ਇਸ਼ੂ ਜ਼ਿਆਦਾ ਵੱਡਾ। ਜਿਵੇਂ ਇਸ ਆਰਗੂਮੈਂਟ 'ਚ ਵੀ ਆ ਰਹੀ ਗੱਲ ਕਿ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਹੈ ਜ਼ਿਆਦਾ ਵੱਡਾ, ਪ੍ਰਾਈਵੇਸੀ ਸ਼ਾਇਦ ਓਨਾ ਇੰਪੋਰਟੈਂਟ ਨਹੀਂ ਹੈ। ਨਹੀਂ ਜੀ, ਐਵੇਂ ਹੁੰਦਾ ਕਿ ਚਾਰਟਰ ਰਾਈਟ ਨੂੰ ਖ਼ਤਮ ਕਰਕੇ ਜਾਂ ਉਹਦੀ ਉਲੰਘਣਾ ਕਰਕੇ
ਨਹੀਂ ਆਪਾਂ ਕੋਈ ਚੀਜ਼ ਕਰਨੀ ਆਪਾਂ ਕਰਨ ਦੀ ਗੱਲ ਕਰ ਰਹੇ, ਨਾ ਹੀ ਕਰਨੀ ਚਾਹੀਦੀ ਹੈ। ਚਾਰਟਰ ਰਾਈਟ ਇੱਕ ਆਪਣੀ ਜਗ੍ਹਾ ਨੇ, ਤਾਂ ਹੀ ਜੇ ਤੁਹਾਨੂੰ ਰਾਈਟ ਟੂ ਪ੍ਰਾਈਵੇਸੀ ਹੈ ਉਹ ਵੀ ਅੱਜ ਦੀ ਡੇਟ 'ਚ ਵੀ, ਚਾਹੇ ਡੈਸ਼ ਕੈਮ ਨਹੀਂ ਵੀ ਮੈਂਡੇਟੋਰੀ, ਉਹ ਤੁਹਾਨੂੰ ਹਰ ਜਗ੍ਹਾ ਨਹੀਂ ਹੈਗਾ। ਰਾਈਟਸ ਐਵੇਂ ਹੁੰਦੇ ਨੇ ਜੀ ਕਿ ਤੁਹਾਨੂੰ ਇੱਕ ਰਾਈਟ ਹੈ, ਮੈਨੂੰ ਇੱਕ ਰਾਈਟ ਹੈ। ਤੁਸੀਂ ਆਪਣੀ ਜਗ੍ਹਾ ਦੇ ਵਿੱਚ ਜਦੋਂ ਰਾਈਟ ਆਪਣਾ ਇੰਜੋਏ ਕਰ ਰਹੇ ਹੋ ਤੇ ਮੈਂ ਆਪਣੀ ਜਗ੍ਹਾ ਦੇ ਵਿੱਚ ਕਰ ਰਿਹਾ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਦੋਂ ਆਪਣੇ ਰਾਈਟਸ ਭਿੜਦੇ ਨੇ, ਆਪਾਂ ਕਿਸੇ ਨੂੰ ਤੰਗ ਕਰਦੇ ਹਾਂ, ਫਿਰ ਉਹ ਪ੍ਰੋਬਲਮ ਖੜੀ ਹੁੰਦੀ ਹੈ। ਤਾਂ ਡੈਸ਼ ਕੈਮ ਦੇ ਵਿੱਚ ਵੀ ਪਬਲਿਕ ਸਪੇਸਿਸ 'ਤੇ ਅੱਜ ਦੀ ਡੇਟ 'ਚ ਵੀ ਵੀਡੀਓ ਰਿਕਾਰਡ ਕਰਨਾ ਪ੍ਰੋਬਲਮ ਨਹੀਂ ਹੈਗੀ, ਪਰ ਪ੍ਰਾਈਵੇਟ ਸਪੇਸਿਸ ਦੇ ਵਿੱਚ, ਜਿਵੇਂ ਬਾਥਰੂਮਸ ਦੇ ਵਿੱਚ, ਪਬਲਿਕ ਟੋਇਲਟਸ ਦੇ ਵਿੱਚ, ਜਾਂ ਕੋਈ ਇਹੋ ਜਿਹੀ ਜਗ੍ਹਾ ਜਿੱਥੇ ਤੁਸੀਂ ਪ੍ਰਾਈਵੇਸੀ ਐਕਸਪੈਕਟ ਕਰੋ, ਉੱਥੇ ਜੇ ਆਪਾਂ ਕਿਸੇ ਨੂੰ ਬਿਨਾਂ ਪੁੱਛੇ ਰਿਕਾਰਡ ਕਰਦੇ ਹਾਂ ਤਾਂ ਉਹ ਇੱਕ ਚਾਰਟਰ ਰਾਈਟਸ ਦੀ ਉਲੰਘਣਾ ਹੋਏਗੀ। ਤਾਂ ਪਰ ਜੇ ਡੈਸ਼ ਕੈਮਸ ਐਵੇਂ ਬਣਾਏ ਜਾਣਗੇ ਮੈਂਡੇਟੋਰੀ, ਤਾਂ ਉਹਦੇ ਵਿੱਚ ਓਬਵੀਅਸਲੀ ਸਰਕਾਰ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਉਹਨਾਂ ਨੂੰ ਬਣਾਏਗੀ ਅਤੇ ਲੋਕਾਂ ਦੀ ਕੰਸੈਂਟ ਹੋਏਗੀ, ਕਿਉਂਕਿ ਉਹ ਅੰਦਰਲਾ ਪਾਸਾ ਨਹੀਂ ਜ਼ਰੂਰੀ ਹੁੰਦਾ ਵੀ ਰਿਕਾਰਡ ਹੋਵੇ, ਉਹ ਰੋਡ ਨੂੰ ਹੀ ਰਿਕਾਰਡ ਕਰ ਦਿੰਦੇ। ਰੋਡ ਇੱਕ ਪਬਲਿਕ ਪਲੇਸ ਹੁੰਦੀ ਹੈ। ਦੇਖੋ ਹੁਣ ਤੱਕ ਜਿੰਨੀਆਂ ਕੁ ਆਰਗੂਮੈਂਟਸ ਆਈਆਂ ਨੇ ਉਹ ਦੋਵੇਂ ਤਰ੍ਹਾਂ ਦੀਆਂ ਨੇ, ਹਾਂਜੀ, ਉਹਦੇ ਹੱਕ 'ਚ ਵੀ ਨੇ ਅਤੇ ਵਿਰੋਧ 'ਚ ਵੀ ਨੇ। ਹਾਂਜੀ, ਅਤੇ ਇੱਕ ਗੱਲ ਤਾਂ ਹੁਣ ਤੱਕ ਸਾਫ਼ ਅਸੀਂ ਸਮਝ ਸਕਦੇ ਹਾਂ ਕਿ ਭਾਵੇਂ ਡੈਸ਼ ਕੈਮ ਮੈਂਡੇਟੋਰੀ ਵੀ ਤੁਸੀਂ ਕਰ ਦਿਓ, ਇਹ ਕੋਈ 100% ਨਹੀਂ ਕ੍ਰਾਈਮ ਤੋਂ ਅਤੇ ਫਰੋਡ ਤੋਂ ਆਪਾਂ ਨੂੰ ਜਿਹੜਾ ਫਰੀ ਕਰਾ ਸਕਦੇ। ਬਿਲਕੁਲ ਜੀ। ਇਹਨਾਂ ਦੀ ਸਕਸੈਸ ਕਿੰਨੇ ਕੁ % ਹੋ ਸਕਦੀ ਹੈ, ਇੱਕ ਡਿਫਰੈਂਟ ਇਸ਼ੂ ਹੈ, ਪਰ 100% ਡੈਫੀਨੇਟਲੀ ਨਹੀਂ ਹੋ ਸਕਦੇ। ਕੀ ਜੇ 100% ਨਹੀਂ ਹੋ ਸਕਦੇ, ਫਿਰ ਵੀ ਇਹਨਾਂ ਨੂੰ ਇਸ ਤਰ੍ਹਾਂ ਮੈਂਡੇਟੋਰੀ ਕਰਨ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ, ਇਹਦੇ ਬਾਰੇ ਹੁਣ ਥੋੜ੍ਹਾ ਜਿਹਾ ਕੁਝ ਕਾਮੈਂਟ ਆਪਾਂ ਲੈ ਸਕਦੇ ਹਾਂ। ਟੈਕਸਟ ਮੈਸੇਜ ਵੀ ਮੇਰੇ ਕੋਲ ਹੈਗੇ ਜਿਹੜੇ, ਪਰ ਫੋਨ 'ਤੇ ਦੋਸਤ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਗੱਲ ਕਾਫੀ ਛੋਟੀ ਰੱਖਣੀ ਪਏਗੀ। ਸੋ ਤੁਸੀਂ ਜਿੰਨੀ ਛੋਟੀ ਆਪਣੀ ਆਰਗੂਮੈਂਟ ਕਰ ਸਕਦੇ ਹੋ, ਫੋਨ 'ਤੇ ਵੀ ਕਰ ਸਕਦੇ ਹੋ, ਨਹੀਂ ਤਾਂ ਟੈਕਸਟ ਮੈਸੇਜ ਕਰ ਦਿਓ। ਨੰਬਰ ਹੈ 905 790 55 55। ਅਤੇ ਅਸੀਂ ਸ਼ੁਰੂਆਤ ਕਰਦੇ ਹਾਂ ਅਮਿਤ ਹੋਰਾਂ ਤੋਂ। ਹਾਂਜੀ ਅਮਿਤ ਜੀ। ਸਤਿ ਸ਼੍ਰੀ ਅਕਾਲ ਜਮੀਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਖਿਆਲ ਨਾਲ ਤਾਂ ਜ਼ਿਆਦਾ ਗੱਲ ਨਹੀਂ ਕਰਾਂਗਾ, ਟਾਈਮ ਸਾਰਿਆਂ ਲਈ ਹੈ ਵੀ ਪ੍ਰੋਜ਼ ਹੀ ਪ੍ਰੋਜ਼ ਹੈ ਇਹਦੇ 'ਚ। ਕੌਨਸ ਮੈਨੂੰ ਬਹੁਤ ਘੱਟ ਲੱਗੇ। ਇੱਕ ਤਾਂ ਮੇਨ ਚੀਜ਼ ਹੈ ਵੀ ਖਰਚੇ ਦੀ ਜਿਹੜੀ ਗੱਲ ਹੈ, ਇਹਦਾ ਕੌਨਸ ਦੇ ਵਿੱਚ ਉਹ ਤਾਂ ਵੇਖੋ ਖਰਚੇ ਇੱਥੇ ਆਲਰੇਡੀ ਬੜੇ ਆ, ਸਮੁੰਦਰ ਜਿੰਨੇ ਖਰਚੇ ਤੇ ਬਾਲਟੀ ਉਹਦੇ 'ਚ ਪੈ ਵੀ ਗਈ, ਖਰਚੇ ਇੱਕ ਹੋਰ ਦੀ ਤਾਂ ਕੋਈ ਫਰਕ ਨਹੀਂ ਜ਼ਿਆਦਾ ਪੈਂਦਾ। ਸੋ ਇਨ ਦਾ ਲੌਂਗ ਰਨ ਇਟਸ ਅ ਗੁੱਡ ਥਿੰਗ। ਥੈਂਕ ਯੂ ਜੀ। ਨੈਕਸਟ ਨੇ ਜੀ ਗੁਰਿੰਦਰ। ਹਾਂਜੀ ਗੁਰਿੰਦਰ। ਹਾਂਜੀ ਭਾਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਵੀ ਛੋਟੀ ਰਾਤ ਦਾ ਗੱਲ ਕਿ ਮੈਂ ਤਾਂ ਕਹਿੰਦਾ ਪ੍ਰਾਈਵੇਸੀ ਜਿਹੜਾ ਨਾ ਫਾਲਸ ਆਰਗੂਮੈਂਟ ਬਣਦਾ ਜਾਂਦਾ ਯਾਰ ਰਿਹਾ, ਜਿੱਦਾਂ ਜਿੱਦਾਂ ਆਪਾਂ ਟੈਕਨੋਲੋਜੀ ਵੱਧ ਰਹੀ ਆ ਅਤੇ ਕੈਮਰੇ ਵੱਧ ਰਹੇ, ਟੋਟਲੀ ਫਾਲਸ ਆ ਗਏ। ਪ੍ਰਾਈਵੇਸੀ ਉਹ ਨਾਂ ਦੀ ਚੀਜ਼ ਰਹਿ ਨਹੀਂ ਜਾਣੀ ਕੋਈ ਵੀ। ਅਤੇ ਜਿੱਦਾਂ ਤੁਸੀਂ ਹੁਣ ਤੁਹਾਡਾ ਰੇਡੀਓ ਆ, ਤੁਸੀਂ ਰੇਡੀਓ 'ਤੇ ਹਰੇਕ ਕਾਲ ਕਰਦੇ ਆ, ਤੁਸੀਂ ਕਿਹੜਾ ਹਰ ਵੇਲੇ ਡਿਸਕਲੋਜ਼ ਕਰਦੇ, ਤੁਹਾਡੀ ਆਲ ਦਾ ਟਾਈਮ ਰਿਕਾਰਡਿੰਗ ਚੱਲਦੀ ਹੈ ਨਾ, ਅਤੇ ਉਹ ਹੈਗੀ ਆ। ਅਤੇ ਉਹ ਪ੍ਰਾਈਵੇਸੀ ਤਾਂ ਉੱਥੇ ਖਤਮ ਹੋ ਗਈ ਆ, ਜਦੋਂ ਮਰਜ਼ੀ ਕੱਢ ਕੇ ਮੇਰੀ ਰਿਕਾਰਡਿੰਗ ਤੁਸੀਂ ਜਿੱਥੇ ਮਰਜ਼ੀ ਪਲੇ ਕਰੀ ਜਾਓ। ਸੋ ਇਹ ਟੋਟਲੀ ਫਾਲਸ ਆਰਗੂਮੈਂਟ ਹੈਗਾ ਆ, ਅਤੇ ਇਹਦੇ ਵਿੱਚ ਕੋਈ ਵੀ ਨਹੀਂ ਹੈਗਾ। ਕੌਣ ਜਿੱਦਾਂ ਦੱਸਿਆ, ਕੌਣ ਥੋੜ੍ਹੇ ਬਹੁਤ ਹੈਗੇ ਆ, ਪਰ ਜਿੱਦਾਂ ਟੈਕਨੋਲੋਜੀ ਅੱਗੇ ਵੱਧ ਰਹੀ ਆ, ਕਾਰਾਂ ਵਾਲੇ ਵੀ ਹਾਲੇ ਦੇ ਨਹੀਂ ਰਹੇ। ਜਿੱਦਣ ਵੀ ਕਿਸੇ ਕਾਰ ਵਾਲੇ ਨੇ ਟੌਪ ਜਿਹੜੇ ਬ੍ਰੈਂਡ ਹੈਗੇ ਉਹਨਾਂ ਤੋਂ ਸਟਾਰਟ ਹੋਣੇ ਆ, ਕਿ ਜਿੱਦਾਂ ਟੈਕਨੋਲੋਜੀ ਦੀ ਕਾਸਟ ਘਟੀ ਜਾਣੀ ਆ, ਇਹ ਫੀਚਰਸ ਵਧੀ ਜਾਣੇ। ਉਹ ਟੈਸਲਾ ਦੇ ਵਿੱਚ ਆਉਂਦੇ ਆ, ਸਾਰੇ ਪਾਸੇ ਕੈਮਰਾਜ਼ ਲੱਗੇ ਹੋਏ, ਉਹਨਾਂ ਦੀ ਰਿਕਾਰਡਿੰਗ ਚੱਲਦੀ ਆ। ਸੋ ਇਹ ਹੈਗੀਆਂ। ਬਾਕੀ ਜਿੱਦਾਂ ਭਾਜੀ ਹੋਰੀ ਕਹਿ ਰਹੇ ਸੀਗੇ ਕਿ ਆਪਣਾ 24 ਘੰਟੇ ਰਿਕਾਰਡਿੰਗ ਹੋ ਸਕਦੀ ਹੈ, ਉਹ ਜਿੱਦਾਂ 5G ਆਉਣਾ ਤੁਹਾਨੂੰ ਦੱਸ ਦੇਣਾ। 5G ਦਾ ਬਹੁਤ ਜ਼ਿਆਦਾ ਪ੍ਰੋਗਰੈਸ਼ਨ ਹੋਈ ਟੈਕਨੋਲੋਜੀ, ਕਿੰਨੇ ਲੀਪਸ ਹੈ ਬਾਉਂਸ ਨਾਲ ਹੋਣੀਆਂ, ਫਿਰ ਉਹ ਆਰਗੂਮੈਂਟ ਵੀ ਖਤਮ ਹੋ ਜਾਣਗੇ। ਹੁਣ ਡੇਟਾ ਆਇਆ ਜੀ ਹੈ ਉਹ। ਥੈਂਕ ਯੂ ਗੁਰਿੰਦਰ। ਗਗਨਪ੍ਰੀਤ ਹੋਰਾਂ ਨੇ ਵੀ ਖੈਰ ਇਹੀ ਆਰਗੂਮੈਂਟ ਦਿੱਤੀ ਕਿ ਟੈਸਲਾ 'ਚ ਆਲਰੇਡੀ ਇਹ ਸਾਰਾ ਕੁਛ ਹੈਗਾ, ਇਸ ਕਰਕੇ ਜਿੰਨੀਆਂ ਵੀ ਆਰਗੂਮੈਂਟਸ ਨੇ, ਇਹਨਾਂ ਆਰਗੂਮੈਂਟ ਦਾ ਕੋਈ ਮਤਲਬ ਹੀ ਨਹੀਂ। ਆਲਰੇਡੀ ਇਹ ਟੈਕਨੋਲੋਜੀ ਹੁਣ ਹੋ ਹੀ ਗਈ ਹੈ ਅਤੇ ਜਿਸ ਪਾਸੇ ਨੂੰ ਇਹ ਵੱਧ ਰਹੀ ਹੈ। ਹਾਂਜੀ। ਅਤੇ ਇਸ ਕਰਕੇ ਜਿਹੜੀਆਂ ਉਹ ਆਰਗੂਮੈਂਟਸ ਨੇ, ਜਿਹੜੀਆਂ ਉਹਦੇ ਅਗੇਂਸਟ ਦਿੱਤੀਆਂ ਜਾ ਰਹੀਆਂ, ਉਹ ਕੋਈ ਬਹੁਤੀਆਂ ਵੈਲਿਡ ਨਹੀਂ। ਪਰ ਇੱਕ ਆਰਗੂਮੈਂਟ ਇਹਦੇ ਉਲਟ ਹੈਗੀ ਹੈ। ਇਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ 9770 ਵਾਲੇ, ਕਿ ਹੁਣ ਮੈਂ ਆਪਣੀ ਗੱਡੀ ਚਲਾ ਰਿਹਾ, ਆਪਣਾ ਟਰੱਕ ਚਲਾ ਰਿਹਾ, ਉਹਦੇ 'ਚ ਵੀ ਮੇਰੇ 'ਤੇ ਕੈਮਰੇ ਲੱਗੇ ਹੋਣ, ਫਿਰ ਤਾਂ ਕੋਈ ਕਹਿੰਦੇ ਫਰੀਡਮ ਨਹੀਂ ਹੈ, ਅਤੇ ਫਿਰ ਬੜੀ ਟੈਨਸ਼ਨ ਹੈ। ਹਾਂਜੀ, ਹੈ ਨਾ। ਬਿਲਕੁਲ ਦੋਨੋਂ ਪੱਖ ਤੋਂ ਹੈ ਜੀ। ਨਾਲੇ ਦੂਸਰੀ ਗੱਲ ਇਹ ਹੈ ਕਿ ਜਦੋਂ ਤੱਕ ਕੋਈ ਚੀਜ਼ ਮੈਂਡੇਟੋਰੀ ਨਹੀਂ ਹੁੰਦੀ ਨਾ ਜੀ, ਕਿਸੇ ਨੂੰ ਵੀ ਚੁੱਭਦੀ ਨਹੀਂ ਹੈਗੀ। ਟੈਸਲਾ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਦੇ ਹੋ, ਤੁਹਾਨੂੰ ਪਤਾ ਉਹਦੇ ਵਿੱਚ ਕੈਮਰੇ ਲੱਗੇ ਹੋਏ ਨੇ। ਹਾਂ, ਜਦੋਂ ਤੁਸੀਂ ਜੇ ਊਬਰ ਚਲਾਓ ਜਾਂ ਕਿਸੇ ਅਣਜਾਣ ਬੰਦੇ ਨੂੰ ਬਿਠਾਓ, ਤਾਂ ਤੁਹਾਡੀ ਡਿਊਟੀ ਬਣਦੀ ਹੈ, ਸਪੈਸ਼ਲੀ ਕਮਰਸ਼ਲੀ, ਦੱਸਣਾ ਵੀ ਅੰਦਰ ਕੈਮਰਾਜ਼ ਲੱਗੇ ਹੋਏ ਨੇ, ਅਦਰਵਾਈਜ਼ ਉਹ ਇਲੀਗਲ ਹੈ ਰਿਕਾਰਡਿੰਗ, ਤੁਸੀਂ ਨਹੀਂ ਕਰ ਸਕਦੇ ਹੈਗੇ। ਪਰ ਜਦੋਂ ਕੋਈ ਚੀਜ਼ ਲਾਅ ਬਣ ਜਾਂਦੀ ਹੈ ਨਾ ਜੀ, ਮੈਂਡੇਟੋਰੀ ਹੋ ਜਾਂਦਾ ਵੀ ਤੁਸੀਂ ਲਾਣੇ ਹੀ ਲਾਣੇ ਨੇ ਕੈਮਰੇ, ਉਦੋਂ ਹੀ ਆਪਾਂ ਨੂੰ ਪ੍ਰੋਬਲਮ ਵੀ ਉਦੋਂ ਹੀ ਹੋਣੀ ਸ਼ੁਰੂ ਹੁੰਦੀ ਹੈ। ਦਲੀਲਾਂ ਵੀ ਉਦੋਂ ਹੀ ਆਉਂਦੀਆਂ ਨੇ। ਹਾਂਜੀ। ਫਿਰ ਨਾਲੇ ਇੱਕ ਦਲੀਲਾਂ ਵਾਲੀ ਇੱਕ ਇੰਡਸਟਰੀ ਵੀ ਹੈ। ਹਾਂਜੀ, ਪ੍ਰੋਟੈਸਟ ਵੀ ਉਦੋਂ ਹੀ ਹੋਣੇ ਸ਼ੁਰੂ ਹੁੰਦੇ ਨੇ। ਖੈਰ ਜੀ। ਅਤੇ ਅੱਗੇ ਫੋਨ ਲਾਈਨ 'ਤੇ ਡਾਕਟਰ ਜੋਗੀ ਨੇ। ਹਾਂਜੀ ਡਾਕਟਰ ਸਾਹਿਬ। ਹਾਂਜੀ ਡਾਕਟਰ ਜੋਗੀ। ਡਾਕਟਰ ਜੋਗੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ। ਹਾਂਜੀ ਬੋਲੋ ਜੀ।
ਹਾਂਜੀ ਜੀ ਇਹਦਾ ਆਰਗੂਮੈਂਟ ਇਹ ਹੈ ਵੀ ਬਾਇਓਮੈਟ੍ਰਿਕਸ ਦੇ ਨਾਲ ਕਾਰ ਖੁੱਲਣੀ ਚਾਹੀਦੀ ਹੈਗੀ ਹੈ। ਹਾਂਜੀ ਇਹ ਖੁੱਲੂਗੀ ਨਹੀਂ ਤਾਂ ਸਟਾਰਟ ਵੀ ਉਵੇਂ ਹੋਣੀ ਚਾਹੀਦੀ ਹੈਗੀ ਹੈ। ਤੇ ਨਾਲੇ ਜਿਵੇਂ BMW ਵਗੈਰਾ ਹੈਗਾ, ਜਿਵੇਂ ਐਕਸੀਡੈਂਟ ਹੁੰਦਾ ਹੈਗਾ ਹਾਂ ਤੇ ਉਹ ਤੁਹਾਨੂੰ ਕਾਲ ਕਰਦੇ ਆਰ ਯੂ ਓਕੇ। ਇੱਕ ਸੈਂਟਰਲਾਈਜ਼ਡ ਲਾਈਕ ਹੋਣੀ ਚਾਹੀਦੀ ਗੱਲ ਵੀ ਅਗਰ ਬਾਇਓਮੈਟ੍ਰਿਕਸ ਦੇ ਹਿਸਾਬ ਨਾਲ ਨਹੀਂ ਖੁੱਲਦੀ ਗੱਡੀ ਨਾਲ ਹੀ ਕੀ ਕਹਿੰਦੇ ਕਾਲ ਜਾਣੀ ਚਾਹੀਦੀ ਹੈ। ਸੈਂਟਰਲਾਈਜ਼ਡ ਕੰਟਰੋਲ ਹੋਣਾ ਚਾਹੀਦਾ ਹੈ ਹਰ ਵਹੀਕਲ ਦਾ ਐਂਡ ਦੈਟ ਇਜ਼ ਅ ਸੋਫਿਸਟੀਕੇਟਡ ਸੋਲੂਸ਼ਨ ਟੂ ਇਟ। ਠੀਕ ਹੈ ਜੀ। ਤੁਸੀਂ ਫਿਰ ਨੈਕਸਟ ਲੈਵਲ ਦੀ ਇਹ ਗੱਲ ਕਰ ਰਹੇ ਨੇ ਕਿ ਬਾਇਓਮੈਟ੍ਰਿਕਸ ਨਾਲ ਉਹਨਾਂ ਨਾਲ ਕਾਰ ਖੁੱਲ੍ਹਣੀ ਚਾਹੀਦੀ ਹੈ। ਇਹ ਫਿਊਚਰ ਦੀ ਮਤਲਬ ਇਹ ਵੀ ਹੋਏਗਾ, ਪਰ ਅੱਜ ਦਾ ਸਾਡਾ ਫੋਕਸ ਤਾਂ ਸਿਰਫ ਇਹੀ ਹੈ ਕਿ ਡੈਸ਼ ਕੈਮ ਬਾਰੇ ਕੀ ਹੋ ਸਕਦਾ, ਕੀ ਇਹ ਇਫੈਕਟਿਵ ਹੋ ਸਕਦੇ ਨੇ ਜੇ ਇਹ ਮੈਂਡੇਟੋਰੀ ਹੋ ਜਾਣ। ਫੋਨ ਲਾइन पे अगे ने जी अनिल। हाँ जी अनिल जी। हाँ जी शमीर जी, मैं इस विषय में थोड़ा सा अलग है मेरा विचार कि पहली बात तो मैं इस समस्या की मूल समस्या के ऊपर प्रश्न चिन्ह उठाना चाहता हूँ। केंद्रीय सरकार, प्रादेशिक सरकार और सिटी सरकार तीनों की क्षमताओं के ऊपर, प्रशासनिक क्षमताओं के ऊपर प्रश्न चिन्ह है कि इस समय इस समस्या का आज तक कोई निदान नहीं निकला। आज ये जो समय है ये उनको अपनी नीतियों के ऊपर विचार करने का समय है। उन लोगों को या तो लोगों को अपनी असफलताओं के साथ सामने आना चाहिए कि हम लोग असफल है, हम नहीं कर सकते। यदि आप नहीं कर सकते तो आपको सामने आना चाहिए, यदि आप कर सकते हैं तो कीजिए। ये समस्या जितनी लंबी चली गई है ये इतनी लंबी नहीं जानी चाहिए थी। ये इस समस्या का निदान है, या तो लगता है सरकार करना नहीं चाहती, इस समस्या को ऐसे ही रखना चाहती है। तो कुल मिला के ये जो है ना, ये डैश कैम ये सब चीजें तो एक अलग बात है, लेकिन ये समय है हमें सरकार की प्रशासनिक क्षमताओं के ऊपर, हमारे जो बड़े बड़े लोग जो बड़े बड़े पदों के ऊपर बैठे हैं, बड़ी बड़ी वेतन ले रहे हैं, उस जो जिसको टैक्स पेयर दे रहा है, उन लोगों के ऊपर प्रश्न चिन्ह उठाने का समय है कि आप कर क्या रहे हो, कहाँ सोए हो प्रभु, उठो। तो ये कुल मिला के अगर आपसे नहीं हो सकता ना, आप किसी प्राइवेट कंपनी को हायर कर लो, वो देखो वो 15 दिन के सब चीजें रोक देंगे। तो मैं प्रशासनिक चिंताओं के ऊपर प्रश्न चिन्ह उठाना चाह रहा हूँ। धन्यवाद। थैंक यू। और ये ਤੁਹਾਡੇ ਵਾਲੀ ਗੱਲ ਹੋਰ ਵੀ ਕੁਝ ਦੋਸਤਾਂ ਨੇ ਟੈਕਸਟ ਮੈਸੇਜ ਵੀ ਮੈਂ ਕਹੀ ਹੈ, ਮੈਂ ਦੇਖ ਰਿਹਾ ਸੀਗਾ। ਇਸ਼ਟ ਮਹਿਤਾ ਹੋਰਾਂ ਦੇ ਵੀ ਆਰਗੂਮੈਂਟ ਹੈ ਤੇ ਹੋਰ ਵੀ ਕੁਝ ਦੋਸਤ ਨੇ ਕਿ ਜਿਹੜਾ ਫੇਲੀਅਰ ਹੈ ਸਿਸਟਮ ਦਾ ਉਹਦਾ ਬਦਲ ਟੈਕਨੋਲੋਜੀ ਜਾਂ ਇਨੋਵੇਸ਼ਨ ਨਹੀਂ ਹੋ ਸਕਦੀ। ਖੈਰ ਆਰਗੂਮੈਂਟ ਨੂੰ ਮੈਂ ਅਸੀਂ ਇੰਨਾ ਸਟ੍ਰੇਟ ਤਾਂ ਮੈਂ ਨਹੀਂ ਸਮਝਦਾ ਕਿ ਸਿਰਫ ਇੱਕ ਦੂਜੇ ਦੇ ਉਲਟ ਹੈ। ਐਡਮਿਨਿਸਟ੍ਰੇਸ਼ਨ ਨੂੰ ਠੀਕ ਕਰਨਾ ਇੱਕ ਇਸ਼ੂ ਹੈ, ਪਰ ਟੈਕਨੋਲੋਜੀ ਦੀ ਜਿਹੜੀ ਇਨੋਵੇਸ਼ਨ ਹੈ ਉਹ ਵੀ ਜੇ ਹੈਲਪ ਕਰਦੀ ਤਾਂ ਇਹਦਾ ਵੀ ਕੋਈ ਨੁਕਸਾਨ ਨਹੀਂ ਹੈ। ਕੋਈ ਇਹ ਤਾਂ ਨਹੀਂ ਕਿ ਉਹ ਇੱਕ ਦੂਜੇ ਦਾ ਬਦਲ ਹੈ। ਹਾਂਜੀ ਨਹੀਂ, ਇਹ ਆਰਗੂਮੈਂਟ ਤਾਂ ਆਪਾਂ 100% ਸਹੀ ਤਾਂ ਕਵਾਂਗੇ ਕਿ ਜੇ ਆਪਾਂ ਕਹੀਏ ਡੈਸ਼ ਕੈਮ ਸਿਰਫ ਕਾਰ ਥੈਫਟਸ ਬਚਾਉਣ ਲਈ ਹੀ ਲਾਏ ਜਾਂਦੇ ਨੇ, ਕੱਲ੍ਹ ਉਹ ਨਹੀਂ ਹੈਗਾ। ਐਕਸੀਡੈਂਟਸ ਨੂੰ ਬਾਅਦ 'ਚ ਗਲਤੀ ਕਿਹਦੀ ਹੈ, ਕੀ ਹੋਇਆ ਸੀ ਕੀ ਨਹੀਂ ਹੋਇਆ ਸੀ, ਉਹਦੇ ਤਾਂ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਨਾ। ਉਹਦਾ ਐਕਸੀਡੈਂਟ ਦਾ ਮਤਲਬ ਹੀ ਹੁੰਦਾ ਕਿ ਗਲਤੀ ਨਾਲ ਕੁਛ ਹੋ ਗਿਆ ਆਪਣੇ ਤੋਂ, ਤਾਂ ਉਹਨੂੰ ਡਿਟਰਮਾਈਨ ਕਰਨ 'ਚ ਵੀ ਕੀ ਹੋਇਆ ਸੀ ਡੈਸ਼ ਕੈਮਸ ਹੈਲਪ ਕਰਦੇ ਨੇ। ਬਿਲਕੁਲ ਬਿਲਕੁਲ। ਅਤੇ ਅੱਗੇ ਫੋਨ ਲਾਈਨ 'ਤੇ ਅਮਨ ਨੇ ਜੀ ਕੈਲਗਰੀ ਤੋਂ। ਹਾਂਜੀ ਅਮਨ ਜੀ। ਹਾਂਜੀ ਸਰ, ਥੈਂਕ ਯੂ। ਅਤੇ ਸਰ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ। ਪਹਿਲੀ ਗੱਲ ਤਾਂ ਡੈਸ਼ ਕੈਮਸ ਚੋਰੀ ਨਹੀਂ ਰੋਕ ਸਕਦੇ ਕਿਸੇ ਵੀ ਹਾਲਤ 'ਚ। ਸਾਡਾ ਟਰੱਕ ਚੋਰੀ ਹੋਇਆ ਸੀਗਾ ਫਲੀਟ ਦਾ ਬਰੈਂਪਟਨ ਦੇ ਵਿੱਚ, ਅਤੇ ਸਭ ਤੋਂ ਪਹਿਲਾ ਕੰਮ ਅੰਦਰ ਵੜ ਕੇ ਸ਼ੀਸ਼ਾ ਤੋੜ ਕੇ ਉਹਨਾਂ ਨੇ ਇਹ ਕੀਤਾ ਕਿ ਸਾਰੀਆਂ ਤਾਰਾਂ ਪੱਟੀਆਂ। ਠੀਕ ਹੈ ਜੀ, ELD ਵੀ ਪੱਟੀ, ਸਾਰਾ ਕੁਝ ਪੱਟਿਆ ਗਿਆ। ਅਸੀਂ ਉਹਨੂੰ ਟਰੈਕ ਹੀ ਨਹੀਂ ਕਰ ਸਕੇ ਆਪਣੇ ਟਰੱਕ ਨੂੰ। ਅਤੇ ਬਟ ਯੈਸ, ਐਕਸੀਡੈਂਟਸ ਦੇ ਵਿੱਚ 100% ਹੈਲਪ ਕਰਨਗੇ। ਮੇਰੇ ਨਾਲ ਹੀ ਹੋਇਆ ਥੋੜ੍ਹੇ ਦਿਨ ਪਹਿਲਾਂ, ਪਿੱਛੋਂ ਕਿਸੇ ਨੇ ਮੈਨੂੰ ਹਿੱਟ ਕੀਤਾ। ਮੇਰਾ ਈਲਡ ਸਾਈਨ ਸੀਗਾ, ਉਹਨੇ ਪਿੱਛੋਂ ਹਿੱਟ ਕੀਤਾ ਅਤੇ ਉਹਨੇ ਮੈਨੂੰ ਕਿਹਾ ਕਿ ਤੂੰ ਇੱਕਦਮ ਬ੍ਰੇਕ ਮਾਰਤੀ। ਮੈਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਉਹਨੂੰ ਪਤਾ ਨਹੀਂ ਸੀ ਮੇਰੇ ਪਿਛਲੀ ਵਿੰਡਸ਼ੀਲਡ 'ਤੇ ਵੀ ਕੈਮਰਾ ਲੱਗਿਆ ਸੀ ਪਿੱਛੇ ਨੂੰ ਮੂੰਹ ਕਰਕੇ। ਠੀਕ ਹੈ ਜੀ, ਮੇਰਾ ਫੋਨ 'ਤੇ ਜਿਹੜਾ ਡੈਸ਼ ਕੈਮ ਸੀ ਉਹ ਵਾਇਰਲੈਸਲੀ ਕਨੈਕਟਡ ਹੋ ਜਾਂਦਾ ਸੀ। ਮੈਂ ਉਹਨੂੰ ਉਸੇ ਟਾਈਮ ਵੀਡੀਓ ਕੱਢ ਕੇ ਉਹਨੂੰ ਦਿਖਾਤੀ। ਮੈਂ ਕਿਹਾ ਮੈਂ ਕਿੰਨਾ ਸਲੋ ਸੀ, ਅਤੇ ਫਿਰ ਉਹਦੇ ਸੁਰ ਵੀ ਬਦਲ ਗਏ ਅਤੇ ਉਸ ਤੋਂ ਬਾਅਦ ਉਹਨੇ ਸਾਰਾ ਕੰਪਨਸੇਟ ਵੀ ਕੀਤਾ। ਯੈਸ, ਐਕਸੀਡੈਂਟਸ ਦੇ ਵਿੱਚ ਬਿਲਕੁਲ ਹੈਲਪ ਕਰਦੇ ਆ, ਬਟ ਚੋਰੀ ਲਈ ਤਾਂ ਨਹੀਂ। ਮੈਨੂੰ ਘਰਾਂ ਦੇ ਬਾਹਰ ਆਪਣੇ CCTV ਲੱਗੇ ਆ, ਕਿਹੜਾ ਚੋਰ ਫੜਿਆ ਗਿਆ ਅੱਜ ਤੱਕ? ਨਹੀਂ, ਦਮਦਾਰ ਹੈ ਤੁਹਾਡੀ ਆਰਗੂਮੈਂਟ। ਇਹ ਕਹਿ ਰਹੇ ਨੇ ਕਿ ਅਸਲ 'ਚ ਚੋਰੀ 'ਚ ਸ਼ਾਇਦ ਬਹੁਤਾ ਨਾ ਹੈਲਪ ਕਰੇ, ਕਿਉਂਕਿ ਚੋਰ ਕੈਮਰਿਆਂ ਨਾਲੋਂ ਜ਼ਿਆਦਾ ਸਮਾਰਟ ਨੇ, ਅਤੇ ਪਰ ਐਕਸੀਡੈਂਟ 'ਚ ਡੈਫੀਨੇਟਲੀ ਹੈਲਪ ਕਰ ਰਿਹਾ। ਇਹਨਾਂ ਦੀ ਆਰਗੂਮੈਂਟ ਹੈ। ਅਤੇ ਅੱਗੇ ਇਕਬਾਲ ਸਈਦ ਨੇ ਜੀ ਸਾਡੇ ਨਾਲ ਫੋਨ ਲਾਈਨ 'ਤੇ। ਜੀ ਇਕਬਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਚੰਗਾ ਟੌਪਿਕ ਹੈਗਾ ਭਾਜੀ। ਇਹ ਜਿਹੜਾ ਡੈਸ਼ ਕੈਮ ਦਾ ਹੈ ਇੱਕ ਹੋਰ ਵੀ ਆਲਟਰਨੇਟ ਹੋ ਸਕਦਾ ਹੈ। ਉਹਨੂੰ ਮੈਂ ਲਾਸਟ ਵੀਕ ਮੇਅਰ ਟੋਰੀ ਨੇ ਕਿਹਾ ਸੀ ਕਿ ਅਸੀਂ ਟੋਰਾਂਟੋ ਪੁਲਿਸ ਦੀ ਤਾਦਾਦ ਵਧਾ ਰਹੇ ਨੇ। ਕਿੰਨਾ ਖਰਚਾ ਹੋ ਜਾਣਾ ਹੈ, ਕਿੰਨੇ ਦੇਣੇ, ਇਹ ਤੁਹਾਨੂੰ ਮਾਲੂਮ ਹੈ ਕਿ 2025 ਦੇ ਵਿੱਚ ਨਿਊਯਾਰਕ ਸਿਟੀ ਜਿਹੜਾ ਹੈਗਾ ਉਹ ਕੈਮਰੇ ਦਾ ਸ਼ਹਿਰ ਬਣ ਜਾਣਾ ਹੈ। ਇਹ 65% ਰੈਵਨਿਊ ਕਮਾ ਕੇ ਦਿੰਦਾ ਹੈ ਓਨਟਾਰੀਓ। ਸਭ ਤੋਂ ਘੱਟ
इंश्योरेंस क्लेम इस कंट्री देंगे, इस प्रोविंस देंगे एज कम्पेयर टू अनदर प्रोविंसेस। ते मैनू समझ नहीं लगती कि ये कैमरा क्यों नहीं लाते, ये इस चीज़ां दे ताकि ये जिहड़ा चोरी का या इंश्योरेंस का फ्रॉड है ना, ये घट होए। ਥੈਂਕ ਯੂ ਇਕਬਾਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ 2 ਹੀ ਕਾਲਸ ਨੇ ਹੋਰ, ਅਸੀਂ ਹੁਣ ਹੋਰ ਨਵੀਂ ਕਾਲ ਨਹੀਂ ਲਵਾਂਗੇ। ਸਰਤਾਜ ਤੇ ਜਤਿੰਦਰ, ਪਹਿਲਾਂ ਸਰਤਾਜ ਜੀ ਤੁਸੀਂ। ਹਾਂਜੀ ਵੀਰ ਜੀ, ਤੁਹਾਡਾ ਕੁਐਸਚਨ ਇਹ ਸੀਗਾ ਵੀ ਇਹ ਯੈਸ ਨੋ ਦੇ ਬਾਰੇ 'ਚ ਨਹੀਂ ਹੈ ਵੀ ਇਹ ਇਫੈਕਟਿਵ ਹੋਏਗਾ ਜਾਂ ਨਹੀਂ। ਹਾਂਜੀ ਵੀਰ ਜੀ, ਇਹ ਇਫੈਕਟਿਵ ਹੋ ਨਹੀਂ ਸਕਦਾ, ਇਹਦੇ ਹੋਰ ਬੜੇ ਕੰਸਰਨਸ ਨੇ। ਅਗਲੇ ਮੂੰਹ ਢੱਕ ਕੇ ਆਉਂਦੇ ਆ, ਕਾਰ ਚੋਰੀ ਕਰਕੇ ਲੈ ਜਾਂਦੇ ਆ, ਗਾਹਾਂ ਕੋਰਟਾਂ 'ਚ ਉਹਨਾਂ ਨੂੰ ਪ੍ਰੂਵ ਕਰਨ ਦੇ ਕਿੱਡੇ ਕਿੱਡੇ ਚੈਲੰਜਸ ਹੋ ਜਾਂਦੇ ਆ, ਠੀਕ ਹੈ ਜੀ। ਤੇ ਦੂਜੀ ਗੱਲ ਕੀ ਆ ਕਿ ਤੁਸੀਂ ਜੇ ਕੋਈ ਚੀਜ਼ ਦੇਖ ਰਹੇ ਹੋ, ਮੋਨੀਟਰ ਕਰ ਰਹੇ ਹੋ, ਤੁਸੀਂ ਸਿੱਧਾ ਤਾਂ ਐਕਸ਼ਨ ਲੈ ਨਹੀਂ ਸਕਦੇ ਬੰਦੇ ਤੇ, ਤੁਸੀਂ ਪੁਲਿਸ ਕੋਲੇ ਜਾਓਗੇ, ਐਕਸ਼ਨ ਪੁਲਿਸ ਨੇ ਲੈਣਾ। ਪੁਲਿਸ ਦਾ ਤਾਂ ਰਿਸਪੌਂਸ ਹੀ ਬਹੁਤ ਪੈਸਿਵ ਆ। ਤੁਸੀਂ ਮੀਡੀਆ 'ਚੋਂ ਤੁਸੀਂ ਪੁਲਿਸ ਕੋਲੇ ਚੋਰੀ ਦੀ ਰਿਪੋਰਟ ਲਿਖਾਉਣ ਜਾ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਕਿ ਉਹ ਬਿਹੇਵ ਕਿੱਦਾਂ ਕਰਦੇ ਆ। ਅਗਲੀ ਗੱਲ ਇਹ ਆ ਵੀਰ ਜੀ ਕਿ ਜਿਹੜੀ ਇੰਸ਼ੋਰੈਂਸ ਆ, ਇਹਦੇ 'ਚ ਇੱਕ ਇਹੋ ਜਿਹਾ ਮੈਟ੍ਰਿਕਸ ਆ, ਜਿਵੇਂ ਆਪਾਂ ਬਾਏ ਮੋਰ ਸੇਵ ਮੋਰ ਆ, ਦੇ ਸਪੈਂਡ ਮੋਰ ਦੇ ਸੇਵ ਮੋਰ। ਸੋ ਜੋ ਵੀ ਇਹ ਚੋਰੀਆਂ ਹੋ ਰਹੀਆਂ, ਇਵੈਂਚੁਅਲੀ ਉਹ ਸਾਡੇ ਗਲ ਪੈ ਰਹੀਆਂ। ਹੁਣ ਗੌਰਮੈਂਟ ਦੀ ਇਹ ਪ੍ਰੋਬਲਮ ਆ ਕਿ ਜਿਹੜਾ ਬੰਦਾ ਕਾਰ ਚੋਰੀ ਕਰ ਰਿਹਾ, ਆਪਾਂ ਆਪਦਾ ਘੁਬਾਟ ਕੱਢਣ ਲਈ ਕਹਿ ਦਿੰਦੇ ਆ ਕਿ ਜੀ ਬੰਦੇ ਨੂੰ ਫੜ ਕੇ ਜੇਲ੍ਹ 'ਚ ਦਿਓ। ਗੌਰਮੈਂਟ ਨੂੰ ਬੰਦਾ ਜੇਲ੍ਹ 'ਚ ਰੱਖਣ ਦੇ ਲਈ ਉਸ ਤੋਂ ਮਹਿੰਗੇ ਕੈਮਰੇ ਲਾ ਕੇ ਉਹਨੂੰ ਵਾਚ ਕਰਨਾ ਪੈਂਦਾ, ਉਹ ਬੰਦੇ ਰੱਖਣੇ ਪੈਂਦੇ ਆ ਪ੍ਰੋਫੈਸ਼ਨਲ। ਗੌਰਮੈਂਟ ਆ ਕੇ ਸਾਨੂੰ ਜੇ ਇਹ ਕਹਿ ਦੇਵੇ ਕਿ ਜੀ ਬੰਦਾ ਜੇਲ੍ਹ 'ਚ ਰੱਖਣ ਦੀ ਕਾਸਟ ਤੁਹਾਡੀ ਕਾਰ ਚੋਰੀ ਹੋਰ ਨਾਲੋਂ ਵੱਧ ਆ, ਤੇ ਫਿਰ ਆਪਾਂ ਕੀ ਦਲੀਲ ਦੇਵਾਂਗੇ? ਉਹ ਵੀਰ ਜੀ ਸਿਸਟਮ ਇੰਸਟਾਲ ਹੋ ਚੁੱਕਿਆ, ਬਹੁਤ ਜ਼ਿਆਦਾ ਪ੍ਰੋਬਲਮ ਆ। ਬੰਦੇ ਦੇ ਅੰਦਰ ਨੂੰ ਝਾਕਣ ਵਾਲਾ ਕੋਈ ਕੈਮਰਾ ਨਹੀਂ ਬਣਿਆ। ਸੋ ਅਗਰ ਆਪਾਂ ਇਹ ਚੀਜ਼ਾਂ ਨੂੰ ਮੋਨੀਟਰ ਕਰਾਂਗੇ, ਆਪਾਂ ਆਪ ਦੇਖ ਕੇ ਕੋਈ ਐਕਸ਼ਨ ਨਹੀਂ ਲੈ ਸਕਦੇ ਕਿਸੇ ਚੀਜ਼ ਦੇ ਉੱਤੇ। ਤੁਹਾਡੇ ਸਾਹਮਣੇ ਕੋਈ ਬੰਦਾ ਤੁਹਾਡੇ ਘਰ 'ਚ ਚੋਰੀ ਕਰੀ ਚੱਲੇ, ਤੁਸੀਂ ਪੁਲਿਸ ਨੂੰ ਕਹੋ, ਕਹਿਣਗੇ ਨਹੀਂ ਤੂੰ ਕੁਛ ਨਾ ਕਹੀ, ਤੂੰ ਪਰੇ ਖੜ ਜਾ, ਬਸ ਤੂੰ ਹੱਥ ਨਹੀਂ ਲਾ ਸਕਦਾ ਇਹਨੂੰ। ਤੋ ਉਹ ਗੱਲਾਂ ਦੀ ਬਹੁਤ ਪ੍ਰੋਬਲਮ ਆ, ਉਹ ਕੋਰਟਾਂ 'ਚ ਪ੍ਰੂਵ ਨਹੀਂ ਹੁੰਦੀਆਂ ਵੀਰ ਜੀ। ਬਸ ਇਹ ਆਪਣੇ ਮਨ ਦੀ ਇੱਕ ਤਸੱਲੀ ਲਈ ਰਹਿ ਜਾਂਦੀਆਂ ਨੇ। ਬਸ ਆਪਾਂ ਚੋਰ ਨੂੰ ਚੋਰੀ ਕਰਦਾ ਦੇਖਦੇ ਆ, ਕੈਮਰੇ 'ਚ ਝਾਈਆਂ ਲਈ ਜਾਂਦੇ ਆ। ਆਹ ਦੇਖ ਲਓ, ਕੁੜੀ ਪਿੱਛੇ ਡੈਥ ਹੋਈ ਆ ਉਹਦੀ, ਪਵਨਪ੍ਰੀਤ ਕੌਰ ਦੀ, ਉਹ CCTV ਕੈਮਰੇ 'ਚ ਸਭ ਕੁਛ ਆ। ਕੀ ਉਹ ਬੰਦੇ ਦਾ ਪਤਾ ਲੱਗਾ ਵੀਰ ਜੀ? ਤੇ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋਏਗੀ? ਸਹੀ ਗੱਲ ਹੈ ਤੁਹਾਡੀ। ਇਹ ਕਹਿ ਰਹੇ ਨੇ ਕਿ ਵੀ ਕੈਮਰੇ ਜੇ ਲੱਗੇ ਵੀ ਹੁਣ, ਫਿਰ ਕਿਹੜੇ ਜਿੱਥੇ ਲੱਗਿਆ ਉੱਥੇ ਕਿਹੜੇ ਕ੍ਰਾਈਮ ਨਹੀਂ ਹੁੰਦਾ। ਹਾਂਜੀ, ਜਿਹੜੇ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਨੇ ਕਿ ਅਸਲ ਦੇ 'ਚ ਇਕੱਲਾ ਇਹੀ ਇੱਕੋ ਇੱਕ ਸੋਲਿਊਸ਼ਨ ਨਹੀਂ ਹੋ ਸਕਦਾ। ਔਰ ਇਹਨਾਂ ਦੀ ਬਾਕੀ ਵੈਲਿਡ ਆਰਗੂਮੈਂਟ ਹੈ ਕਿ ਕੋਈ ਫੁੱਲ ਪ੍ਰੂਫ ਦਾ ਸਿਸਟਮ ਹੈ ਨਹੀਂ। ਕੋਈ ਵੀ ਟੈਕਨੋਲੋਜੀ ਨਾਲ ਹੋ ਜੇ ਤੇ ਸਦੀਆਂ ਤੋਂ ਆ ਰਿਹਾ, ਪਰ ਇਹ ਜਸਟ ਮੇਰੇ ਖਿਆਲ ਹੈ ਆਰਗੂਮੈਂਟਸ ਦਿੱਤੀਆਂ ਜਾਂਦੀਆਂ ਕਿ ਉਹਨੂੰ ਕੁਝ ਮਿਨੀਮਾਈਜ਼ ਕਰਨ 'ਚ ਹੈਲਪ ਕਰ ਸਕਦਾ ਮੇ ਬੀ। ਹਾਂਜੀ, ਤੇ ਗੱਲਬਾਤ ਸਾਡੀ ਜਾਰੀ ਰਹੇਗੀ। ਇੱਕ ਮੈਂ ਮੈਸੇਜ ਸ਼ੇਅਰ ਕਰਨਾ, ਫਿਰ ਉਸ ਤੋਂ ਬਾਅਦ ਅਸੀਂ ਕੁਝ ਮੈਂ ਟੈਕਸਟ ਮੈਸੇਜ ਨੇ ਜਿਹੜੇ ਉਹ ਵੀ ਅਜੇ ਲੈਣੇ ਆ। ਟਰਾਂਸਫੋਰ ਗਰੁੱਪ ਵਾਲਿਆਂ ਵੱਲੋਂ ਮੈਸੇਜ ਹੈ, ਇਹਨਾਂ ਨੂੰ ਚਾਹੀਦੇ ਨੇ ਸਿੰਗਲ ਟੀਮ ਅਤੇ ਓਨਰ ਆਪਰੇਟਰ ਵੈਸਟ ਕੈਲੀਫੋਰਨੀਆ ਅਤੇ ਟੈਕਸਸ ਰੂਟ ਵਾਸਤੇ। $1000 ਦਾ ਇਹ ਸਾਈਨਿੰਗ ਬੋਨਸ ਦੇ ਰਹੇ ਨੇ। ਅਤੇ ਜੇ ਤੁਹਾਡਾ ਇੰਟਰਸਟ ਹੈ ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ 8556335444 8556335444। ਕਾਲ ਹੀ ਆਖਰੀ ਹੋਏਗੀ, ਉਸ ਤੋਂ ਬਾਅਦ ਮੈਂ ਕੁਛ ਟੈਕਸਟ ਮੈਸੇਜ ਲੈਣੇ ਆ। ਜਤਿੰਦਰ ਜੀ ਨੇ ਜੀ ਫੋਨ ਲਾਈਨ 'ਤੇ। ਜੀ ਜਤਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸੋ ਮੇਰਾ ਓਪੀਨੀਅਨ ਇਹ ਹੈਗਾ ਜੀ, ਡੈਸ਼ ਕੈਮ ਜ਼ਰੂਰੀ ਹੋਣੇ ਚਾਹੀਦੇ ਆ। ਦੇਖੋ ਬੰਦਾ ਅੱਜ ਕੱਲ੍ਹ ਰੱਬ ਤੋਂ ਨਹੀਂ ਡਰਦਾ, ਬਟ ਮੈਂ ਕਿਸੇ ਹੱਦ ਤੱਕ ਕਹਿ ਸਕਦਾ ਕਿ ਕੈਮਰੇ ਵਾਸਤੇ ਜ਼ਰੂਰ ਡਰਦਾ। 100% ਦੇ ਵਿੱਚੋਂ ਕੁਛ ਮੇ ਵੀ 5% ਹੀ ਹੋਣਗੇ ਜਿਹੜੇ ਸਟੋਰ ਦੇ ਵਿੱਚ ਜਾ ਕੇ ਦੇਖਣਗੇ, ਵਾਚਣਗੇ ਵੀ ਹਾਂਜੀ ਕੋਈ ਮੈਨੂੰ ਦੇਖਦਾ ਨਹੀਂ ਰਿਹਾ। ਜੇਕਰ ਉੱਥੇ ਕੈਮਰਾਜ਼ ਵਗੈਰਾ ਇੰਸਟਾਲਡ ਹੈਗੇ ਆ, ਸੋ ਦੇ ਵਿਲ ਸਟਿਲ ਰਿਫਰੇਨ ਹੈ ਨਾ ਕਿ ਉਹ ਇਸ ਤਰ੍ਹਾਂ ਕੋਈ ਚੀਜ਼ ਚੱਕਾਂ ਜਾਂ ਕੁਛ ਕਰਾਂ। ਸੇਮ ਗੋਜ਼ ਵਿਦ ਡੈਸ਼ ਕੈਮਰਾਜ਼ ਐਜ਼ ਵੈਲ, ਕਿ ਐਟਲੀਸਟ ਤੁਹਾਡੇ ਕੋਲ ਕਿਸੇ ਤਰ੍ਹਾਂ ਕੋਈ ਐਕਸੀਡੈਂਟ, ਕਿਸ ਤਰ੍ਹਾਂ ਦੁਰਘਟਨਾ ਹੁੰਦੀ ਹੈ, ਯੂ ਸਟਿਲ ਹੈਵ ਸਮ ਪ੍ਰੂਫ ਕਿ ਭਾਈ ਤੁਸੀਂ ਕਿਹੜਾ ਬੰਦਾ ਮਿਸਟੇਕ 'ਤੇ ਸੀਗਾ, ਕਿਹੜਾ ਫਾਲਟ ਹੈਗਾ। ਹੁਣ ਵੀ ਆਪਾਂ ਕਿੰਨੀ ਰੇਡੀਓ 'ਤੇ ਸੁਣਦੇ ਆ ਵੀ ਫਲਾਣੀ ਜਗ੍ਹਾ ਕੋਈ ਐਕਸੀਡੈਂਟ ਹੋ ਗਿਆ, ਪੁਲਿਸ ਵਾਲੇ ਅਪੀਲ ਕਰਦੇ ਆ ਕਿ ਜੇ ਕਿਸੇ ਦੀ ਡੈਸ਼ ਫੁਟੇਜ ਹੈਗੀ ਆ ਪਲੀਜ਼ ਕਮ ਫਾਰਵਰਡ ਤੇ ਹੈਲਪ ਕਰੋ। ਸੋ ਜੇ ਹੋਣਗੇ ਡੈਫੀਨੇਟਲੀ ਕਿਸੇ ਦਾ ਕੋਈ ਨਾ ਕੋਈ ਭਲਾ ਹੋ ਸਕਦਾ, ਜਿਹੜਾ ਕਲਪਿਟ ਹੈਗਾ ਫੜ ਹੋ ਸਕਦਾ। ਸੋ ਦਿਸ ਇਜ਼ ਮਾਈ ਆਰਗੂਮੈਂਟ, ਯੈਸ ਇਟ ਸ਼ੁੱਡ ਬੀ ਇੰਸਟਾਲਡ ਮੈਂਡੇਟਰੀ। ਥੈਂਕ ਯੂ ਜਤਿੰਦਰ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਇਸ ਤਰ੍ਹਾਂ ਇਹ ਜਸਮਿੰਦਰ ਜੀ ਆਰਗੂਮੈਂਟਸ ਨੇ ਜਿਹੜੀਆਂ ਦੋਵੇਂ ਤਰ੍ਹਾਂ ਦੀਆਂ ਨੇ। ਜਿਹੜੀ ਜ਼ਿਆਦਾ ਸਟਰੋਂਗ ਜਿਵੇਂ ਜਿੰਨੀਆਂ ਫੋਨ 'ਤੇ ਆਈਆਂ ਨੇ ਉਹ ਇਹੀ ਨੇ ਕਿ ਚੋਰੀਆਂ ਵਗੈਰਾ 'ਚ ਸ਼ਾਇਦ ਇਹ ਉਨਾ ਇਫੈਕਟਿਵ ਨਹੀਂ ਹੋ ਸਕਦਾ, ਬਾਕੀ ਚੀਜ਼ਾਂ 'ਚ ਭਾਵੇਂ ਜਿਵੇਂ ਹੋ ਸਕਦਾ। ਅਤੇ ਪਰ ਫਿਰ ਵੀ ਜੇ ਮੰਨ ਲਿਆ ਚੋਰੀਆਂ 'ਚ ਨਹੀਂ ਵੀ ਹੈ, ਫਿਰ ਵੀ ਤੁਹਾਨੂੰ ਲੱਗਦਾ ਕਿ ਇਹਦੀ ਕੋਈ ਮਤਲਬ ਕੋਈ ਸਟਰੋਂਗ ਆਰਗੂਮੈਂਟ ਬਣਦੀ ਇਹਦੇ ਹੱਕ 'ਚ? ਦੇਖੋ ਜੀ, ਪਹਿਲੀ ਗੱਲ ਤਾਂ ਜ਼ਿਆਦਾ ਆਪਾਂ ਇਹੀ ਗੱਲ ਕਰ ਰਹੇ ਸੀ ਕਿ ਜ਼ਿਆਦਾ ਐਕਸੀਡੈਂਟਸ ਦੇ ਕੇਸਿਸ ਦੇ ਵਿੱਚ ਡੈਸ਼ ਕੈਮ ਜ਼ਿਆਦਾ ਯੂਜ਼ਫੁਲ ਹੁੰਦਾ ਰਾਦਰ ਦੈਨ ਚੋਰੀਆਂ ਪ੍ਰੀਵੈਂਟ ਕਰਨ ਦੇ ਵਿੱਚ, ਕਿਉਂਕਿ ਚੋਰੀਆਂ ਪ੍ਰੀਵੈਂਟ ਕਰਨ ਲਈ ਹੋਰ ਕਾਫੀ ਟੈਕਨੋਲੋਜੀ ਜਿਹੜੀ ਉਹ ਵੀ ਹਲੇ ਕਾਮਯਾਬ ਨਹੀਂ ਹੋ ਪਾ ਰਹੀ ਉਹਨੂੰ ਰੋਕਣ ਦੇ ਵਿੱਚ। ਦੂਸਰੀ ਗੱਲ ਇਹ ਹੈ ਕਿ ਜੀ ਆਪਾਂ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਹੈ ਇਹਦਾ ਮਕਸਦ ਹੀ ਇਹ ਸੀਗਾ
ਕਿ ਆਪਾਂ ਇਸ ਚੀਜ਼ ਨੂੰ ਡਿਸਕਸ ਕਰੀਏ, ਕਿਉਂਕਿ ਇਹ ਟੌਪਿਕ ਆਉਣ ਵਾਲੇ ਸਮੇਂ ਦਾ ਟੌਪਿਕ ਹੈ। ਵੱਖ-ਵੱਖ ਵਿਊ ਪੁਆਇੰਟ ਲਈਏ ਲੋਕਾਂ ਦੇ, ਇਹ 'ਚ ਨਾ ਮੈਂ ਸਹੀ ਹਾਂ ਜੀ ਨਾ ਤੁਸੀਂ ਸਹੀ ਹੋ, ਹਰ ਬੰਦੇ ਦਾ ਇੱਕ ਆਪਣਾ ਵਿਊ ਪੁਆਇੰਟ ਹੈ। ਮੇਨ ਏਮ ਜੋ ਸੀਗਾ, ਜੋ ਆਈ ਥਿੰਕ ਤੁਸੀਂ ਇਹ ਟੌਪਿਕ ਬੜਾ ਅੱਛਾ ਚੂਜ਼ ਕੀਤਾ, ਜਿਹਦੇ ਕਰਕੇ ਤੁਸੀਂ ਇੱਕ ਕਨਵਰਸੇਸ਼ਨ ਸਟਾਰਟ ਕਰਤੀ ਹੈ ਲੋਕਾਂ ਦੇ ਵਿੱਚ ਕਿ ਜੇ ਇਹ ਚੀਜ਼ ਕੱਲ੍ਹ ਨੂੰ ਹੁੰਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਇਹਦੇ ਪ੍ਰੋਜ਼ ਐਂਡ ਕੌਨਸ ਪਹਿਲਾਂ ਤੋਂ ਹੋਣ, ਉਹਨਾਂ ਨੂੰ ਪਤਾ ਹੋਵੇ ਕਿ ਕੀ ਪ੍ਰੋਜ਼ ਐਂਡ ਕੌਨਸ ਨੇ, ਤਾਂ ਕਿ ਉਹ ਅਪਰੋਪਰੀਏਟਲੀ ਰਿਐਕਟ ਕਰ ਸਕਣ ਸਹੀ ਸਮੇਂ 'ਤੇ। ਤਾਂ ਆਰਗੂਮੈਂਟ ਆਈ ਥਿੰਕ ਇਹਦੇ ਹੱਕ 'ਚ ਤਾਂ ਹੈਗੀ ਹੈ ਜੀ, ਕਿਉਂਕਿ ਪੁਲਿਸ ਆਫਿਸਰਸ, ਪੁਲਿਸ ਦੀ ਗੱਡੀਆਂ 'ਚ ਵੀ ਡੈਸ਼ ਕੈਮ ਲੱਗੇ ਹੁੰਦੇ ਨੇ, ਆਡੀਓ ਰਿਕਾਰਡਿੰਗ ਵੀ ਹੁੰਦੀ ਹੈ ਕਈ ਵਾਰੀ, ਅਤੇ ਆਮ ਅੱਜ ਕੱਲ੍ਹ ਲੋਕ ਇੰਨੇ ਜ਼ਿਆਦਾ ਲਾਉਣ ਲੱਗ ਗਏ ਨੇ। ਤਾਂ ਹੀ ਆਪਾਂ ਅੱਜ ਇੱਥੇ ਬਹਿ ਕੇ ਗੱਲ ਕਰ ਰਹੇ ਕਿ ਕਿਉਂ ਨਾ ਇਹਨੂੰ ਮੈਂਡੇਟਰੀ ਵੀ ਬਣਾਇਆ ਜਾਵੇ। ਤਾਂ ਆਈ ਥਿੰਕ ਐਕਸੀਡੈਂਟ ਜਦੋਂ ਹੋ ਜਾਂਦਾ ਉਦੋਂ ਬਾਅਦ ਡਿਟਰਮਾਈਨ ਕਰਨ 'ਚ ਵੀ ਹੋਇਆ ਕੀ ਸੀਗਾ ਅਤੇ ਕਿਹਦੀ ਗਲਤੀ ਸੀ, ਅਤੇ ਇੰਸ਼ੋਰੈਂਸ ਫਰੋਡ ਨੂੰ ਬਚਾਉਣ ਦੇ ਵਿੱਚ ਇਹਦਾ ਜ਼ਿਆਦਾ ਰੋਲ ਹੈ ਰਾਦਰ ਦੈਨ ਕਾਰ ਥੈਫਟਸ। ਔਰ ਈਵਨ ਉਹਦੇ 'ਚ ਵੀ ਮੇਰੇ ਖਿਆਲ ਹੈ ਕਿ ਇਹ ਨਹੀਂ ਕਹਿ ਸਕਦੇ ਆਪਾਂ, ਜਿਹੜੀ ਟੈਕਨੋਲੋਜੀ ਆ ਈਵਨ ਕਾਰ ਥੈਫਟ 'ਚ ਵੀ ਹੈਲਪ ਕਰ ਰਹੀ ਹੈ। ਹਾਂਜੀ, ਜਿਵੇਂ ਹੁਣ ਇਹ ਜਿਹੜੀਆਂ ਟੈਸਲਾ ਦੀਆਂ ਗੱਡੀਆਂ ਨੇ, ਹਾਂਜੀ, ਇਹਨਾਂ ਇਹ ਅਜੇ ਤੱਕ ਇਫੈਕਟਿਵ ਨੇ, ਅਜੇ ਤੱਕ ਜਿਹੜੇ ਚੋਰ ਨੇ ਉਸ ਪਾਸੇ ਨੂੰ ਨਹੀਂ ਜਾਏ। ਸੋ ਟੈਕਨੋਲੋਜੀ ਵੀ ਡੈਫੀਨੇਟਲੀ ਹੈਲਪ ਤੇ ਕਰਦੀ ਹੈ। ਹਾਂਜੀ, ਇਹ ਠੀਕ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਬਾਰੇ ਆਪਾਂ ਦੇ ਲੈਂਦੇ ਹਾਂ ਆਰਗੂਮੈਂਟ ਕਿ 100% ਇਫੈਕਟਿਵ ਨਹੀਂ ਹੈ, 100% ਕੋਈ ਵੀ ਚੀਜ਼ ਨਹੀਂ ਹੁੰਦੀ। ਮੀਨ ਕਿ ਵੀ ਜਿਹੜਾ ਜੇ ਉਹ 50% ਇਫੈਕਟਿਵ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਹਾਂਜੀ, ਬਿਲਕੁਲ। ਤਾਂ ਛੋਟੇ ਸਟੈਪਸ ਵੀ ਜਦੋਂ ਆਪਾਂ ਮੰਨ ਲਓ ਇਹ ਵੀ ਲੱਗਣ ਲੱਗ ਗਏ, ਮੈਂਡੇਟਰੀ ਹੋ ਗਏ, ਪਲੱਸ ਜਿਵੇਂ ਮੈਂ ਗੱਲ ਕੀਤੀ ਏਅਰ ਟੈਗਸ ਆ ਗਏ, ਲੋਕੇਸ਼ਨ ਟਰੈਕ ਕਰ ਸਕਦੇ ਹੋ, ਐਵੇਂ ਡਿਵਾਈਸਿਸ ਵੀ ਹੌਲੀ ਲੋਕ ਲਾਉਣ ਲੱਗ ਗਏ। ਗੱਡੀਆਂ ਦੇ ਸਿਕਿਉਰਿਟੀ ਸਿਸਟਮ ਤਾਂ ਹੈ ਹੀ ਹੈ, ਕਪਲਡ ਵਿਦ ਯੋਰ ਓਨ ਸਿਕਿਉਰਿਟੀ ਕੈਮਰਾ ਜਿਹੜੇ ਤੁਹਾਡੇ ਘਰਾਂ 'ਚ ਲੱਗੇ ਹੁੰਦੇ ਨੇ। ਇਹ ਸਾਰੀ ਚੀਜ਼ਾਂ ਦਾ ਕਿ ਜਿਹੜਾ ਕੰਬਾਈਨਡ ਇਫੈਕਟ ਹੈ ਉਹਦਾ ਇਹ ਹੋਏਗਾ ਕਿ ਚੋਰਾਂ ਨੂੰ ਗੱਡੀ ਚੋਰੀ ਕਰਨੀ ਹੋਰ ਔਖੀ ਹੋ ਜਾਏਗੀ, ਤਾਂ ਕਿ ਓਬਵੀਅਸਲੀ ਉਹਦੇ ਨਾਲ ਕ੍ਰਾਈਮ ਦਾ ਘਟੇਗਾ ਹੀ, ਗੱਡੀਆਂ ਦੀ ਚੋਰੀਆਂ ਕਿਤੇ ਨਾ ਕਿਤੇ ਘਟਣਗੀਆਂ ਜੀ। ਪਰ ਗੱਲ ਇਹ ਹੈ ਕਿ ਐਵੇਂ ਦੀ ਡਿਸਕਸ਼ਨਸ ਤੋਂ ਬਾਅਦ ਹੀ ਲਾਅ ਬਣਦੇ ਨੇ। ਤਾਂ ਲਾਅ ਵੀ ਕੋਈ ਸਰਕਾਰ ਆਪਣੇ ਆਪ ਨਹੀਂ ਬਣਾਉਂਦੀ, ਤਾਂ ਲਾਅ ਬਣਾਉਣ ਤੋਂ ਪਹਿਲਾਂ ਸਰਕਾਰ ਲੋਕਾਂ ਦਾ ਵੀ ਵਿਊ ਪੁਆਇੰਟ ਪੁੱਛਦੀ ਹੈ। ਜਦੋਂ ਐਵੇਂ ਲੋਕ ਇੰਨੇ ਮਾਸ ਲੈਵਲ 'ਤੇ ਇਫੈਕਟ ਹੋਣ ਉਹਦੇ ਨਾਲ, ਕਿਉਂਕਿ ਲੋਕਾਂ ਦੇ ਪੋਕਟ 'ਚੋਂ ਵੀ ਖਰਚਾ ਵੱਧ ਸਕਦਾ ਇਹਦੇ ਨਾਲ, ਤਾਂ ਹਾਂਜੀ, ਪਰ ਔਖਾ ਜ਼ਰੂਰ ਹੋਏਗਾ ਇਹਦੇ ਨਾਲ। ਅਤੇ ਪਰ ਦੇਖੋ ਇੱਕ ਹੋਰ ਵੀ ਚੀਜ਼ ਥੋੜ੍ਹਾ ਜਿਹਾ ਕਲੀਅਰ ਕਰ ਦੇਣੀ ਚਾਹੀਦੀ, ਜਿਵੇਂ ਕੁਛ ਦੋਸਤਾਂ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹਦੇ 'ਚ ਜਿਹੜੀਆਂ ਲਾਅ ਐਂਡ ਆਰਡਰ ਦੀਆਂ ਏਜੰਸੀਜ਼ ਨੇ, ਪੁਲਿਸ ਹੈ, ਗਵਰਨਮੈਂਟ ਨੇ, ਉਹਨਾਂ ਦੀ ਕ੍ਰਾਈਮ ਨੂੰ ਰੋਕਣ ਲਈ ਜਾਂ ਚੋਰੀਆਂ ਰੋਕਣ ਲਈ ਕੋਈ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ। ਇਹ ਤਾਂ ਜਸਟ ਇੱਕ ਉਸ ਤੋਂ ਬਿਨਾਂ ਇੱਕ ਡਿਫਰੈਂਟ ਇੱਕ ਪੱਖ ਹੈ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ। ਇੱਕ ਐਕਸਟਰਾ ਪੀਸ ਆਫ ਐਵੀਡੈਂਸ ਕਹਿ ਲਈਏ ਵੀ ਉਹਨਾਂ ਨੂੰ ਮਿਲ ਸਕਦਾ ਕਿ ਜਿਹਨਾਂ ਨੂੰ ਹੈਲਪ ਹੋ ਸਕਦੀ ਹੈ ਉਹਨਾਂ ਨੂੰ ਜਾਂ ਤਾਂ ਪ੍ਰੀਵੈਂਟ ਕਰਨ 'ਚ, ਜਾਂ ਫਿਰ ਜੇ ਹੋ ਗਿਆ ਕ੍ਰਾਈਮ ਤੇ ਉਹਨੂੰ ਫਿਰ ਜਿਹੜਾ ਕਲਪਰੇਟ ਹੈ ਜਾਂ ਜਿਹਨੇ ਕੀਤਾ ਉਹਨੂੰ ਫੜਨ ਦੇ ਵਿੱਚ। ਔਰ ਕੁਝ ਨਾ ਕੁਝ ਇੰਸ਼ੋਰੈਂਸ ਫਰਾਡ ਦੇ 'ਚ ਵੀ ਹੈਲਪ ਹੋਊਗਾ। ਬਿਲਕੁਲ, ਗੱਲਾਂ ਸਿਰਫ ਚੋਰੀਆਂ ਨਹੀਂ ਨਾ ਹੁੰਦੀਆਂ ਇੰਸ਼ੋਰੈਂਸ ਫਰਾਡ 'ਚ। ਹਾਂ, ਇੰਸ਼ੋਰੈਂਸ ਫਰੋਡ ਐਵੇਂ ਹੁੰਦਾ ਜੀ, ਜਿਵੇਂ ਆਈ ਹੈਵ ਡੈਲਟ ਵਿਦ ਸੱਚ ਕੇਸਿਸ ਕਿ ਲੋਕ ਜਾ ਰਹੇ ਨੇ ਕਿਸੇ ਦੇ ਅੱਗੇ, ਜਾਣ ਕੇ ਕੋਈ ਗੱਡੀ ਨੇ ਆ ਕੇ ਬ੍ਰੇਕ ਮਾਰਤੀ ਤੇ ਐਕਸੀਡੈਂਟ ਕਰਵਾ ਲਿਆ ਜਸਟ ਬਿਕੋਜ਼ ਉਹ ਕਲੇਮ ਲੈਣਾ ਚਾਹੁੰਦੇ ਸੀ, ਜਾਂ ਜਾਣ ਕੇ ਕੋਈ ਬੰਦਾ ਪੈਦਲ ਤੁਰ ਕੇ ਗੱਡੀ ਦੇ ਅੱਗੇ ਆ ਗਿਆ ਕਿਉਂਕਿ ਉਹ ਕਲੇਮ ਲੈਣਾ ਚਾਹੁੰਦਾ ਸੀ। ਇਸ ਤਰ੍ਹਾਂ ਦੀ ਚੀਜ਼ਾਂ ਵੀ ਸਾਹਮਣੇ ਆਉਂਦੀਆਂ, ਕਿਉਂਕਿ ਮੈਂ ਡੀਲ ਕਰਦਾ ਤਾਂ ਆਈ ਹੈਵ ਡੀਲ ਵਿਦ ਸੱਚ ਸਿਚੁਏਸ਼ਨਸ ਆਲਸੋ। ਤਾਂ ਉਹਦੇ ਵਿੱਚ ਵੀ ਪਤਾ ਲੱਗ ਸਕਦਾ ਕਿ ਜੇ ਕੋਈ ਬੰਦਾ ਤੁਹਾਡੇ ਅੱਗੇ ਆ ਕੇ ਵਿੱਚ ਵੱਜਿਆ ਜਾਂ ਗੱਡੀ ਵੱਜੀ, ਉਹ ਜਾਣ ਕੇ ਵੱਜੀ ਹੈ ਕਿ ਐਕਚੁਅਲੀ ਉਹ ਐਕਸੀਡੈਂਟ ਸੀਗਾ। ਫਿਰ ਕੋਈ ਕਈ ਜਿਵੇਂ ਜਿਹੜੇ ਐਕਸੀਡੈਂਟ ਵੀ ਹੈ ਉਹ ਵੀ ਸਟੇਜ ਮੈਨੇਜਮੈਂਟ, ਹਾਂਜੀ, ਬਿਲਕੁਲ। ਅਤੇ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ 'ਚ ਇਹ ਹੈਲਪ ਹੋ ਸਕਦਾ। ਸੋ ਇੱਕ ਆਈਡੀਆ ਹੈ ਜਿਹੜਾ ਫਰਦਰ ਡਿਸਕਸ਼ਨ ਜਿਸ 'ਤੇ ਹੋਣੀ ਚਾਹੀਦੀ। ਅੱਜ ਦੀ ਡਿਸਕਸ਼ਨ ਤੋਂ ਬਾਅਦ ਅਸੀਂ ਇੰਨਾ ਕਿਤੇ ਕਹਿ ਸਕਦੇ ਹਾਂ ਕਿ ਇਹਨੂੰ ਫਰਦਰ ਡਿਸਕਸ ਕੀਤਾ ਜਾ ਸਕਦਾ। ਇਹਨੂੰ ਪਹਿਲੇ ਹੱਲੇ ਹੀ ਤੁਸੀਂ ਰਿਜੈਕਟ ਨਹੀਂ ਕਰ ਸਕਦੇ, ਜਿਹਦੇ 'ਚ ਕੁਛ ਨਾ ਕੁਛ ਵੈਲਿਊ ਹੈਗੀ ਹੈ ਜਿਸ 'ਤੇ ਅੱਗੇ ਵਿਚਾਰ ਹੋ ਸਕਦਾ। ਔਰ ਜਿਹੜੇ ਸਾਡੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ ਉਹ ਵੀ ਇਸ ਡਿਸਕਸ਼ਨ ਨੂੰ ਅੱਗੇ ਲਿਜਾ ਸਕਦੇ ਨੇ। ਬਿਲਕੁਲ। ਅਤੇ ਇੰਸ਼ੋਰੈਂਸ ਕੰਪਨੀਜ਼ ਵੀ ਇਸ ਨੂੰ ਡਿਸਕਸ ਕਰ ਸਕਦੀਆਂ। ਹਾਂਜੀ, ਕਿਉਂਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੈ ਇੰਸ਼ੋਰੈਂਸ ਕੰਪਨੀਜ਼ ਨੂੰ। ਉਹਨਾਂ ਨੂੰ ਜੇ ਉਸ ਗਲਤ ਕਲੇਮਸ ਉਹਨਾਂ ਨੂੰ ਨਹੀਂ ਦੇਣੇ ਪੈਣਗੇ, ਉਹਨਾਂ ਦਾ ਵੀ ਫਾਈਨੈਂਸ਼ਲੀ ਬੈਨੀਫਿਟ ਹੈ। ਅਤੇ ਇੱਕ ਜਿਵੇਂ ਤੁਸੀਂ ਕਿਹਾ ਜੀ, ਇੱਕ ਅੱਛੀ ਡਿਸਕਸ਼ਨ ਉਹੀ ਹੁੰਦੀ ਹੈ ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਵਿਊ ਪੁਆਇੰਟ ਮਿਲਣ, ਓਪੋਜ਼ਿੰਗ ਵਿਊ ਪੁਆਇੰਟ ਮਿਲਣ, ਅਤੇ ਜੇ ਉਹਦਾ ਕਨਕਲੂਜਨ ਨਾ ਵੀ ਨਿਕਲੇ, ਉਹ ਆਪਾਂ ਕਹਿ ਸਕਦੇ ਕਿ ਅੱਛੀ ਡਿਸਕਸ਼ਨ ਸੀ ਅਤੇ ਡਿਸਕਸ਼ਨ ਹਾਲੇ ਕੰਟੀਨਿਊ ਰਹਿਣੀ ਚਾਹੀਦੀ ਹੈ। ਬਿਲਕੁਲ, ਹਾਂਜੀ। ਸੋ ਇੱਥੇ ਹੀ ਫਿਰ ਅਸੀਂ ਗੱਲਬਾਤ ਖਤਮ ਕਰਦੇ ਹਾਂ। ਮੈਸੇਜਸ ਤਾਂ ਮੈਂ ਦੇਖ ਰਿਹਾ ਹੋਰ ਵੀ ਕਾਫੀ ਨੇ, ਅਤੇ ਆਰਗੂਮੈਂਟਸ ਤਕਰੀਬਨ ਉਸੇ ਤਰ੍ਹਾਂ ਦੀਆਂ ਨੇ। ਮੈਂ ਇਹਨਾਂ ਮੈਸੇਜਸ ਨੂੰ ਹੁਣ ਬਾਅਦ 'ਚ ਪੜ੍ਹਾਂਗਾ। ਇਸ਼ਾਂਤ ਜੀ ਕਾਫੀ ਦੇਰ ਤੋਂ ਹੋਲਡ ਕਰ ਰਹੇ ਸੀ। ਇਸ਼ਾਂਤ ਜੀ, ਤੁਹਾਡੇ ਕੋਲੋਂ ਮੈਨੂੰ ਹੁਣ ਮਾफ़ੀ ਮੰਗਣੀ ਪੈਣੀ, ਕਿਉਂਕਿ ਸਾਨੂੰ ਟਾਈਮ ਹੁਣ ਇਜਾਜ਼ਤ ਨਹੀਂ ਦੇ ਰਿਹਾ ਹੋਰ ਕਿ ਅਸੀਂ ਕੋਈ ਕਾਲਸ ਲੈ ਸਕੀਏ। ਅਤੇ ਤੁਹਾਡਾ ਸਾਰਿਆਂ ਦਾ ਹੀ ਜਿਹੜੇ ਵੀ ਇਸ ਡਿਸਕਸ਼ਨ 'ਚ ਸ਼ਾਮਲ ਹੋਏ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਜਸਵਿੰਦਰ ਜੀ, ਤੁਸੀਂ ਸਟੂਡੀਓ 'ਚ ਇੰਨਾ ਟਾਈਮ ਕੱਢਿਆ, ਤੁਸੀਂ ਸਾਡੇ ਨਾਲ ਰਹੇ, ਅਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸ਼ੁਕਰੀਆ ਜੀ ਮੈਨੂੰ ਬੁਲਾਉਣ ਲਈ ਅਤੇ ਇੰਨੇ ਇੰਟਰਸਟਿੰਗ ਟੌਪਿਕ 'ਤੇ ਡਿਸਕਸ਼ਨ ਕਰਨ ਲਈ। ਥੈਂਕ ਯੂ।